ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸरोही सहथी यह हमारे पीर। तीर तू ही सहथी तू ही तबर तरवार। नाम तिहारो जो जपै भय सिंध भव पार। दास जान कर दास पर कीजै कृपा अपार। आप हाथ दे राख मोहे मन क्रम बचन विचार। देह शिवा बर मोहे है शुभ कर मन ते कबहू न टरो। ना डरो और सो जब जाए लरो। निश्चय कर अपनी जीत करो। जब आव की औद निदान बने अत हीरन में तब जूझ मरो। और सिख हो अपने ही मन को ये लालच हो गुण तो उचरो। काल पुरख की देह मोह कोटक विष्णु महेश। कोट इंद्र ब्रह्मा किते राव सास करोड़ जलेस। कहाँ बुद्ध प्रभ तुच्छ हमारी वर्ण सकै महिमा जो तिहारी। हम ना सख्त कर सिफत तुम्हारी आप लिहो तुम कथा सुधारी। कहाँ बुद्ध प्रभ तुच्छ हमारी वर्ण सकै महिमा जो तिहारी। हम ना सख्त कर सिफत तुम्हारी आप लिहो तुम कथा सुधारी। सतनाम श्री वाहिगुरु साहिब जी। बाबे के बाबर के दो आप करे परमेश्वर सो। दीन शाह इनको पहचानो दुनी पत उनको अनुमानो। बाबे के बाबर के दो। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। गुरु गरीब नवाज बाणी गुरु गुरु है बाणी विच बाणी अमृत सारे। धन धन सतगुरु श्री गुरु ग्रंथ साहिब जी महाराज। परम सत्कार जोग सतगुरु जी दी साजी नवाजी। गुरु खालसा गुरु रूप साध संगत जीओ। आप जी बहुत ही ਵਡਭਾਗੀ ਹੋ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸੰਧਿਆ ਦੇ ਸਮੇਂ ਦੇ ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਲਾਹਾ ਲਿਆ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ
ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਚਿੱਤਰ ਨਾਟਕ ਬਾਣੀ ਦੀ ਕਥਾ ਕੁਝ ਦਿਨਾਂ ਤੋਂ ਚੱਲ ਰਹੀ ਸੀ, ਉਸ ਦਾ ਅੱਜ ਜਿਹੜੀ ਹੈ ਸਮਾਪਤੀ ਹੈ। ਜਿਸ ਕਰਕੇ ਆਪਾਂ ਜੋ ਪਿੱਛੇ ਪ੍ਰਸੰਗ ਬਚਿੱਤਰ ਨਾਟਕ ਦੇ ਸਰਵਣ ਕੀਤੇ, ਜਿਹਦੇ ਵਿੱਚ ਭੰਗਾਣੀ ਦਾ ਯੁੱਧ, ਨਦਾਉਣ ਦਾ ਯੁੱਧ, ਅਨੰਦਪੁਰ ਸਾਹਿਬ ਵੱਲ ਕਈ ਵਾਰ ਜੋ ਚੜ੍ਹ ਕੇ ਆਏ ਹੈ ਮੀਆਂ ਖਾਨ, ਅਲਫ ਖਾਨ ਆਦਿਕ, ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦੇ ਕਿਰਪਾ ਦੇ ਨਾਲ ਹਰ ਤਰ੍ਹਾਂ ਨਾਲ ਆਪਣੀ ਰੱਖਿਆ ਕੀਤੀ। ਗੁਰੂ ਸਾਹਿਬ ਜੀ ਦੇ ਕੋਈ ਵੀ ਇਹ ਜਿੰਨੇ ਵੀ ਚੜ੍ਹਾਈ ਕਰਕੇ ਨੁਕਸਾਨ ਨਾ ਕਰ ਸਕੇ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਹੀ ਜਣਾਇਆ ਹੈ ਕਿ ਜੋ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਓਟ ਲੈਂਦੇ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਆਸਰਾ ਹੈ, ਉਹਨਾਂ ਵੱਲ ਕੋਈ ਨਹੀਂ ਪਹੁੰਚ ਸਕਦਾ ਹੈ। ਜਿਨ੍ਹਾਂ ਨੂੰ ਆਪਣੇ ਮਾਲਕ 'ਤੇ ਭਰੋਸਾ ਹੈ, ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਜਿਨ੍ਹਾਂ ਦਾ ਵਾਹਿਗੁਰੂ ਰਖਵਾਲਾ ਹੈ, ਉਹਨਾਂ ਦੇ ਨਾਲ ਕੋਈ ਅੜ ਨਹੀਂ ਸਕਦਾ, ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਇਹ ਸੱਚੇ ਪਾਤਸ਼ਾਹ ਜੀ ਨੇ ਆਪ ਮੁਖਾਰ ਬਿਨ ਤੋਂ ਬਚਨ ਬਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਲਿਖੇ ਹੋਏ ਹੈ। ਅਤੇ ਜਿੰਨੇ ਜਾਣੇ ਵੀ ਚੜ੍ਹਾਈ ਕਰਕੇ ਆਏ, ਕੋਈ ਅਨੰਦਪੁਰ ਸਾਹਿਬ ਵੱਲ ਆਇਆ ਤਾਂ ਉਹਦਾ ਪਿੱਛੇ ਹੀ ਜਿਹੜਾ ਮਲੀਆ ਮੇਟ ਹੋ ਗਿਆ, ਹੋਰ ਪਾਸੇ ਉਹਦਾ ਝਗੜਾ ਰਗੜਾ ਪੈ ਗਿਆ। ਜਿਹੜੀ ਸ਼ਸਤਰਾਂ ਰੂਪੀ ਬੱਦਲਾਂ ਦੀ ਕਾਲੀ ਘਟਾ ਅਨੰਦਪੁਰ ਸਾਹਿਬ 'ਤੇ ਵਰਸਣੀ ਸੀ, ਉਹ ਹੋਰ ਥਾਂ ਵਰਸਦੀ ਰਹੀ। ਇਸ ਤਰ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਮਹਾਰਾਜ ਕਰਦੇ ਹੋਏ ਕਹਿੰਦੇ ਵੀ ਵਾਹਿਗੁਰੂ ਤੇਰਾ ਓਟ ਆਸਰਾ ਹੈ, ਜਿਨ੍ਹਾਂ ਨੂੰ ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ, ਉਹਨਾਂ ਦਾ ਕੋਈ ਜਿਹੜਾ ਨਾਸ ਨਹੀਂ ਕਰ ਸਕਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਬਚਿੱਤਰ ਨਾਟਕ ਵਿੱਚ ਸਾਧ ਸੰਗਤ ਜੀ ਲਿਖ ਰਹੇ ਹੈ। ਜੋ 13ਵੇਂ ਅਧਿਆਏ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਦਾ ਆਉਣਾ ਪੰਜਾਬ ਨੂੰ ਲਿਖਿਆ, ਅਤੇ ਜਿਸ ਦੇ ਆਉਣੇ ਕਰਕੇ ਬਹੁਤ ਮਸੰਦ ਲੋਕ ਸਤਿਗੁਰੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪ ਭੱਜ ਨੱਠ ਗਏ ਬੇਮੁਖ ਹੋ ਕੇ। ਅਤੇ ਬੇਮੁਖ ਹੋਇਆ ਨਾਲ ਜੋ ਬੀਤੀ ਉਹ ਗੁਰੂ ਸਾਹਿਬ ਜੀ ਨੇ 13ਵੇਂ ਅਧਿਆਏ ਦੇ ਵਿੱਚ ਲਿਖਿਆ ਹੋਇਆ ਹੈ। ਅਤੇ ਗੁਰੂ ਸਾਹਿਬ ਜੀ ਦੇ ਸਗੋਂ ਜਿਹੜੇ ਐਦੀਆਂ ਨੇ ਚੜ੍ਹ ਕੇ ਆਏ ਆ ਅਨੰਦਪੁਰ ਸਾਹਿਬ, ਅਤੇ ਉਹ ਸ਼ਰਧਾਲੂ ਬਣੇ। ਸ਼ਰਧਾਲੂ ਬਣ ਕੇ ਸਗੋਂ ਉਹਨਾਂ ਨੇ ਮਸੰਦਾਂ ਨੂੰ ਸੋਧਾ ਲਾਇਆ। ਇਹ ਗੁਰੂ ਸਾਹਿਬ ਜੀ 13ਵੇਂ ਅਧਿਆਏ ਦੇ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਉਹ ਆਪਾਂ ਸਰਵਣ ਕੱਲ੍ਹ ਕਰ ਰਹੇ ਸੀ ਕਿ ਜਿਹੜੇ ਬੇਮੁਖ ਗੁਰੂ ਤੋਂ ਹੋ ਜਾਂਦੇ, ਫਿਰ ਉਹਨਾਂ ਦੀ ਕੀ ਹਾਲਤ ਹੋ ਜਾਂਦੀ ਹੈ, ਉਹਨਾਂ ਦਾ ਕਿਵੇਂ ਨਾਸ ਹੁੰਦਾ, ਬੇਮੁਖ ਲੋਕਾਂ ਦਾ, ਮਸੰਦਾਂ ਦਾ ਕੀ ਹਾਲ ਹੋਇਆ, ਉਹ ਗੁਰੂ ਸਾਹਿਬ ਜੀ ਅੱਗੇ ਵੀ 13ਵੇਂ ਅਧਿਆਏ ਵਿੱਚ ਕਥਨ ਕਰ ਰਹੇ ਹੈ। ਜਿਵੇਂ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਬੇ ਕੇ ਬਾਬਰ ਕੇ ਦੋ। ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਹੈ ਵੀ ਬਾਬੇ ਕੇ। ਬਾਬੇ ਕੌਣ? ਗੁਰੂ ਨਾਨਕ ਦੇਵ ਮਹਾਰਾਜ ਜੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਤੇ ਇੱਧਰ ਬਾਬਰ, ਜੋ ਬਾਬਰ ਹੈ ਬਾਦਸ਼ਾਹ ਹੋਇਆ ਮੁਗਲੀਆ, ਇਹ ਬਾਬਰ, ਇਹ ਦੋਨਾਂ ਦੇ ਹੀ ਆਪ ਕਰੇ ਪਰਮੇਸ਼ਰ ਸੋ। ਸਤਿਗੁਰੂ ਕਹਿੰਦੇ ਪਰਮੇਸ਼ਰ ਨੇ ਆਪ ਇਹ ਦੋ ਰਾਜੇ ਕੀਤੇ ਹੈ। ਇੱਕ ਤੇ ਬਾਬੇ ਕੇ ਕਈ ਇਹ ਬਾਦਸ਼ਾਹ ਦੋ ਕੀਤੇ ਹੈ ਧਰਤੀ ਉੱਪਰ। ਗੁਰੂ ਨਾਨਕ ਸਾਹਿਬ ਜੀ
ਤੇ ਗੱਦੀ ਦੇ ਸੁਭਾਏ ਮਾਣਿਕ ਤੇ ਬਾਦਸ਼ਾਹ ਹਨ, ਤੇ ਇੱਕ ਬਾਬਰ ਕੇ ਕੀਤੇ ਹੋਏ ਐ। ਦੀਨ ਸ਼ਾਹ ਇਨਕੋ ਪਹਿਚਾਨੋ। ਜਿਹੜੇ ਬਾਬੇ ਕੇ ਆ ਗੁਰੂ ਨਾਨਕ ਸਾਹਿਬ ਜੀ, ਇਹ ਤੇ ਦੀਨ ਦੁਨੀਆ ਦੇ ਪਾਤਸ਼ਾਹ ਹਨ, ਪਛਾਣ ਲਓ। ਦੀਨ ਧਰਮ, ਦੀਨ ਅਰਥ ਧਰਮ ਦਾ ਹੈ, ਜਾਂ ਦੀਨ ਹੈ ਪਰਲੋਕ। ਇਹ ਜਿਹੜੇ ਗੁਰੂ ਨਾਨਕ ਸਾਹਿਬ ਜੀ ਹੈ, ਇਹ ਬਾਦਸ਼ਾਹ ਹਨ। ਇਹ ਤੇ ਗੁਰੂ ਸਾਹਿਬ ਲਿਖਦੇ ਵੀ ਦੀਨ ਧਰਮ ਦੇ ਹੈ ਪਾਤਸ਼ਾਹ ਪਹਿਚਾਨੋ, ਜਾਂ ਦੀਨ ਪਰਲੋਕ ਦੇ ਪਾਤਸ਼ਾਹ ਹਨ, ਜਾਂ ਦੀਨ ਦੁਨੀਆ ਦੇ ਪਾਤਸ਼ਾਹ ਹਨ, ਪਹਿਚਾਨੋ ਪਛਾਣੋ। ਦੁਨੀ ਪਤ ਉਨਕੋ ਅਨਮਾਨੋ। ਉਧਰ ਜਿਹੜੇ ਬਾਬਰ ਕੇ ਹੈ, ਉਹ ਦੁਨੀ ਪਤ, ਇਹ ਦੁਨੀਆ ਦੇ ਬਾਦਸ਼ਾਹ ਜਿਹੜੇ ਆ। ਅਨਮਾਨੋ ਕੇ ਅਨੁਮਾਨ ਲਾ ਲਓ। ਅਨੁਮਾਨ ਹੁੰਦਾ ਵੀ ਜਿਹੜੇ ਗੱਲ ਹੋਵੇ ਨਾ। ਇਹ ਗੁਰੂ ਸਾਹਿਬ ਜੀ ਨੇ ਲਿਖਿਆ, ਉਂਝ ਤੇ ਇਹੀ ਅਰਥ ਕਰ ਲੈਂਦੇ ਵੀ ਦੁਨੀ ਪਤ ਉਨਕੋ ਅਨੁਮਾਨੋ, ਵੀ ਬਾਬਰ ਕਿਆਂ ਨੂੰ ਦੁਨੀਆ ਦੇ ਪਾਤਸ਼ਾਹ ਮੰਨ ਲਓ। ਆ ਜਿਹੜੇ ਬਹਾਦਰ ਸ਼ਾਹ ਹੋਣੀ ਸੀ ਉਸ ਵਕਤ। ਪਰ ਅਨੁਮਾਨ ਦਾ ਅਰਥ ਇਹ ਹੁੰਦਾ ਵੀ ਜੋ ਅਨੁਮਾਨ ਜਿਹਾ ਲਾਈ ਵੀ, ਅਨੁਮਾਨ ਜਿਹਾ ਮੈਨੂੰ ਲੱਗਦਾ, ਜਿਹੜੀ ਗੱਲ ਐਵੇਂ ਪ੍ਰਤੀਤ ਹੋਵੇ ਪਰ ਹੋਵੇ ਵੀ ਨਾ, ਸਿੱਧ ਨਾ ਪੂਰੀ ਹੋਵੇ, ਉਹਨੂੰ ਅਨੁਮਾਨ ਕਹੀਦਾ ਹੈ। ਇਸ ਤਰ੍ਹਾਂ ਤੁਸੀਂ ਅਨੁਮਾਨ ਲਾ ਲਓ ਵੀ ਦੁਨੀਆ ਦੇ ਚਲੋ ਇਹ ਪਾਤਸ਼ਾਹ ਹਨ ਬਾਬਰ ਕੇ। ਅਤੇ ਉਂਝ ਜੇ ਪਿੱਛੇ ਵੇਖੀਏ ਵੀ ਦੀਨ ਸ਼ਾਹ ਇਨਕੋ ਪਹਿਚਾਨੋ, ਜਿਹੜੇ ਬਾਬੇ ਕੇ ਆ ਗੁਰੂ ਨਾਨਕ ਸਾਹਿਬ ਜੀ ਹੈ, ਇਹ ਤੇ ਦੀਨ ਦੁਨੀਆ, ਦੀਨ ਆ ਦੀਨ ਕੀ ਪਰਲੋਕ, ਅਤੇ ਦੁਨੀਆ ਆ ਜਿਹੜਾ ਮਾਤ ਲੋਕ। ਦੀਨ ਦੁਨੀਆ ਦੇ ਪਾਤਸ਼ਾਹ ਪਹਿਚਾਨੋ, ਅਤੇ ਦੁਨੀਆ ਦੇ ਪਾਤਸ਼ਾਹ ਬਾਬਰ ਕਿਆਂ ਨੂੰ ਅਨੁਮਾਨ ਮੰਨ ਲਓ। ਜੋ ਬਾਬੇ ਕੇ ਦਾਮ ਨਾਦਾ ਹੈ। ਇਸ ਤਰ੍ਹਾਂ ਵੀ ਉਹ ਕਈ ਟੀਕਿਆਂ 'ਚ ਅਰਥ ਕੀਤਾ ਬਾਬੇ ਕੇ। ਇੱਕ ਪੁਰਸ਼ ਤੇ ਬਾਬੇ ਕੇ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਨ, ਅਤੇ ਇੱਕ ਬਾਬਰ ਕੇ, ਜਿਹੜਾ ਬਾਬਰ ਬਾਦਸ਼ਾਹ ਹੈ, ਇੱਕ ਉਹਨਾਂ ਦੇ ਆਦਮੀ ਹਨ, ਉਹਨਾਂ ਦੇ ਸੈਨਾਪਤੀ, ਉਹਨਾਂ ਦੀ ਫੌਜ। ਆਪ ਕਰੇ ਪਰਮੇਸ਼ਰ ਸੋ, ਇਹਨਾਂ ਦੋਵਾਂ ਨੂੰ ਪਰਮੇਸ਼ਰ ਨੇ ਆਪ ਉਤਪੰਨ ਕੀਤਾ ਹੈ। ਤਿਨ ਤੇ ਗਹਿ ਬਾਬਰ ਕੇ ਲਾਹ। ਅਰਥ ਜਿਹੜਾ ਕੀਤਾ ਵੇ ਦੀਨ ਸ਼ਾਹ ਇਨਕੋ ਪਹਿਚਾਨੋ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਿੱਖ ਹੈ, ਉਹ ਤੇ ਧਰਮ ਦੇ ਪਾਤਸ਼ਾਹ ਪਹਿਚਾਨੋ। ਦੁਨੀ ਪਤ ਉਨਕੋ ਅਨੁਮਾਨੋ। ਜਿਹੜੇ ਬਾਬਰ ਦੇ ਦੁਨੀਆ ਦੇ ਮਾਲਕ, ਅਨੁਮਾਨੋ ਮੰਨ ਲਓ। ਜੋ ਬਾਬੇ ਕੇ ਦਾਮ ਨਾਦਾ ਹੈ। ਗੁਰੂ ਸਾਹਿਬ ਕਹਿੰਦੇ ਆ ਵੀ ਧਰਮ ਦੇ ਤੇ ਪਰਲੋਕ ਦੇ ਸਹਾਈ ਕੌਣ ਹੈ? ਉਹ ਬਾਬੇ ਕੇ ਕਹੀਏ ਗੁਰੂ ਨਾਨਕ ਸਾਹਿਬ ਜੀ ਹਨ। ਇਸ ਕਰਕੇ ਜਿਹੜੇ ਬਾਬੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਵਿੱਚ ਜਿਹੜੇ ਦਮੜੇ ਹੈ, ਉਹ ਦਮੜੇ ਨਹੀਂ ਨਾ ਦਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਸਵੰਧ ਆਦਿਕ ਨਹੀਂ ਦਿੰਦੇ। ਤਿਨ ਤੇ ਗਹਿ ਬਾਬਰ ਕੇ ਲਾਹ। ਉਹਨਾਂ ਤੋਂ ਫਿਰ ਜਿਹੜੇ ਬਾਬਰ ਕੇ ਹੈ ਉਹ ਲੈ ਲੈਣਗੇ, ਬਾਬਰ ਕੇ ਲੈ ਲੈਂਦੇ ਹੈ। ਆ ਜਿਹੜੇ ਹੁਣ ਕੋਈ ਵਿਦਵਾਨ ਕਥਾ ਕਰਦੇ, ਉਹ ਬਾਬਰ ਕੇ ਸਰਕਾਰ ਨੂੰ ਕਹਿ ਦਿੰਦੇ ਹੈ। ਉਹ ਜਿਹੜੇ ਕੋਈ ਗੁਰੂ ਮਹਾਰਾਜ ਦੇ ਘਰ ਦਾ ਨਾਮ ਕਹੀਏ ਦਮੜਾ ਆਦਿਕ ਨਹੀਂ ਦੇਣਗੇ, ਨਹੀਂ ਦਿੰਦੇ ਹੈ, ਉਹਨਾਂ ਤੋਂ ਫਿਰ ਬਾਬਰ ਕੇ ਸਰਕਾਰ ਵਾਲੇ ਲੈ ਜਾਣਗੇ ਪਕੜ ਕੇ। ਦਾਦਾ ਤਿਨ ਕੋ ਵੱਡੀ ਸਜਾਏ। ਉਹ ਬਾਬਰ ਕੇ ਜਿਹੜੇ ਆ ਬੜੀਆਂ ਫਿਰ ਉਹਨਾਂ ਮਸੰਦਾਂ ਨੂੰ, ਮਸੰਦ ਵੀ ਇਸ ਤਰ੍ਹਾਂ ਕਰਦੇ ਸੀ, ਅਤੇ ਜਿਸ ਕਰਕੇ ਉਹਨਾਂ ਨੂੰ ਵੱਡੀ ਵੱਡੀਆਂ ਸਜ਼ਾਵਾਂ ਦੇ ਕੇ ਅਤੇ ਉਹ ਲੈਂਦੇ ਹਨ। ਪੁਨ ਲਾਹਾ ਗ੍ਰਹਿ ਲੋਟ ਬਣਾਏ। ਫਿਰ ਬਾਬਰ ਕੇ ਬੜਾ ਬਣਾ ਸਵਾਰ ਕੇ, ਮਾਰ ਕੁੱਟ ਕੇ, ਇਹਨਾਂ ਨੂੰ ਵੱਡੀ ਸਜ਼ਾ ਦੇ ਕੇ ਤੇ ਇਹਨਾਂ ਦੇ ਘਰ ਲੁੱਟ ਲੈਂਦੇ ਹਨ। ਜਬ ਹੋਇਆ ਹੈ ਬੇਮੁਖ ਬਿਨਾ ਧਨ। ਜਦੋਂ ਇਹੋ ਜਿਹੇ ਬੇਮੁਖ ਜਿਹੜੇ ਗੁਰੂ ਮਹਾਰਾਜ ਜੀ ਦੇ ਜਿਹੜੇ ਮਸੰਦ ਵੀ ਸਨ, ਉਹ ਵੀ ਇਹੋ ਜਿਹੇ ਸਨ ਵੀ ਦਸਵੰਧ ਦਸਵੰਧ ਗੁਰੂ ਕੀ ਸੰਗਤ ਦਾ ਲੈ ਕੇ ਤੇ ਆਪ ਹੀ ਲੁੱਟ ਕੇ ਰੱਖ ਲੈਂਦੇ ਸੀ। ਅਤੇ ਗੁਰੂ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਵੱਡੀ ਸਜ਼ਾ ਦੇ ਕੇ ਬਾਬਰ ਕੇ ਆ ਜਿਹੜੇ ਬਹਾਦਰ ਸ਼ਾਹ ਨੇ ਉਹ ਲੁੱਟ ਕੇ ਲੈ ਲੈਣਗੇ ਬਣਾ ਸਵਾਰ ਕੇ। ਅਤੇ ਜਿਹੜੇ ਇਹ ਜਦੋਂ ਬੇਮੁਖ ਲੁੱਟੇ ਗਏ ਉਹਨਾਂ ਬਾਬਰ ਕਿਆਂ ਤੋਂ, ਤੇ ਬਿਨਾਂ ਧਨ ਦੇ ਹੋ ਜਾਣਗੇ। ਤਬ ਚੜ੍ਹਾ ਸਿੱਖਨ ਕਹਿ ਮੰਗਣਾ। ਤਦੋਂ ਇਹ ਸਿੱਖਾਂ ਦੇ ਘਰ ਵਿੱਚ ਮੰਗਣ ਨੂੰ ਚੜ੍ਹਨਗੇ।
ਸਿੱਖਾਂ ਦੇ ਘਰ ਵਿੱਚ ਮੰਗਣ ਲਈ ਚੜਨਗੇ ਆਉਣਗੇ। ਜੇ ਜੇ ਸਿੱਖ ਤਿਨ ਧਨ ਗੁਰੂ ਦਹੈ। ਸਾਹਿਬ ਕਹਿੰਦੇ ਫਿਰ ਇਹੋ ਜਿਹਾ ਬੇਮੁਖਾਂ ਨੂੰ ਜਿਹੜੇ ਵੀ ਸਾਡੇ ਸਿੱਖ ਇਹੋ ਜਿਹੇ ਬੇਮੁਖਾਂ ਨੂੰ ਧਨ ਦੇਣਗੇ, ਇਹਨਾਂ ਨੂੰ ਇਹਦੀ ਮਦਦ ਕਰਨਗੇ, ਭੋਜਨ ਪ੍ਰਸ਼ਾਦਾ ਆਦਿਕ ਛਕਾਉਣਗੇ। ਲੂਟ ਮਲੇਸ਼ ਤੈਨੂੰ ਕੋ ਲਹੈ। ਤੇ ਉਹਨਾਂ ਨੂੰ ਸਿੱਖਾਂ ਨੂੰ ਵੀ ਸਜ਼ਾ ਮਿਲੂਗੀ ਵੀ ਇਹ ਮਲੇਸ਼ ਬਾਬਰ ਕੇ ਮੈਲੀ ਇੱਛਾ ਵਾਲੇ ਉਹਨਾਂ ਨੂੰ ਲੁੱਟ ਲੈਣਗੇ। ਭਾਵ ਸਜ਼ਾ ਦੀ ਸਜ਼ਾ ਮਿਲੂਗੀ। ਜਿਹੜੇ ਬੇਮੁਖਾਂ ਨਾਲ ਮੂੰਹ ਲਾਉਣਗੇ ਨਾ ਸਾਡੇ ਸਿੱਖ ਵੀ, ਤੇ ਇਹਨਾਂ ਨੂੰ ਧਨ ਦੇਣਗੇ, ਉਹਨਾਂ ਨੂੰ ਅੱਗੋਂ ਮੈਲੀ ਇੱਛਾ ਵਾਲੇ ਮਲੇਸ਼ ਜਿਹੜੇ ਉਹ ਲੁੱਟ ਲੈਣਗੇ। ਜਬ ਹੋਏ ਹੈ ਤਿਨ ਦਰਬ ਬਿਨਾਸਾ। ਜਦੋਂ ਫਿਰ ਉਹਨਾਂ ਸਿੱਖਾਂ ਦਾ ਜਿਹੜਾ ਦਰਬ ਪੈਸਾ ਨਾਸ ਹੋ ਜਾਏਗਾ, ਭਾਵ ਲੁੱਟਿਆ ਪੁੱਟਿਆ ਜਾਏਗਾ, ਖੋਇਆ ਜਾਏਗਾ। ਜਬ ਧਰਹਿ ਨਿਜ ਗੁਰ ਕੀ ਆਸਾ। ਤਬ ਧਰ ਹੈ। ਤਦੋਂ ਇਹ ਫਿਰ ਵੀ ਗੁਰੂ ਮਹਾਰਾਜ ਜੀ ਤੇ ਜਾ ਕੇ ਭੁੱਲ ਗਲਤੀ ਬਖਸ਼ਾਈਏ, ਜਿਸ ਕਰਕੇ ਫਿਰ ਆਪਣੀ ਭੁੱਲ ਗਲਤੀ ਬਖਸ਼ਾਉਣ ਲਈ ਆਪਣੇ ਗੁਰੂ ਦੀ ਆਸਾ ਰੱਖਣਗੇ, ਤਰਾਸਾ ਰੱਖ ਕੇ ਆਉਣਗੇ। ਜਬ ਤੇ ਗੁਰ ਦਰਸ਼ਨ ਕੋ ਆਹਾ। ਜਦੋਂ ਉਹ ਲੋਕ ਗੁਰੂ ਦੇ ਦਰਸ਼ਨਾਂ ਨੂੰ ਆਉਣਗੇ ਜਿਨ੍ਹਾਂ ਨੇ ਬੇਮੁਖਾਂ ਦੀ ਮਦਦ ਕੀਤੀ ਹੋਵੇਗੀ। ਤਬ ਤਿਨ ਕੋ ਗੁਰਮੁਖ ਨਾ ਲਗਾਹਾ। ਸਤਿਗੁਰੂ ਕਹਿੰਦੇ ਉਹਨਾਂ ਨੂੰ ਇਹ ਸਜ਼ਾ ਮਿਲੇਗੀ ਵੀ ਉਹਨਾਂ ਆਇਆ ਹੋਇਆਂ ਨੂੰ ਗੁਰੂ ਮਹਾਰਾਜ ਕੋਈ ਮੁੱਖ ਨਹੀਂ ਲਾਉਣਗੇ। ਉਹਨਾਂ ਵੱਲ ਗੁਰੂ ਸਾਹਿਬ ਝਾਕਣਗੇ ਨਹੀਂ, ਉਹਨਾਂ ਦੇ ਵੱਲ ਤੱਕਣਗੇ ਨਹੀਂ। ਸੱਚੇ ਪਾਤਸ਼ਾਹ ਉਹਨਾਂ ਤੋਂ ਮੂੰਹ ਫੇਰ ਲੈਣਗੇ। ਵਿਦਾ ਬਿਨਾ ਜਾਹ ਤਬ ਧਾਮੰ। ਫਿਰ ਉਹ ਜਿਹੜੇ ਸਿੱਖ ਹੈ ਗੁਰੂ ਮਹਾਰਾਜ ਜੀ ਦੀ ਵਿਦਾਇਗੀ ਆਗਿਆ ਲੈ ਤੋਂ ਬਿਨਾਂ ਜਦੋਂ ਆਪਣੇ ਘਰ ਜਾਣਗੇ, ਸਰਹਾ ਕੋਈ ਨਾ ਤਿਨ ਕੋ ਕਾਮੰ। ਤੇ ਉਹਨਾਂ ਦਾ ਕੋਈ ਵੀ ਕੰਮ ਜਿਹੜਾ ਵਾਪਸ ਗਿਆ ਦਾ ਸਰੇਗਾ ਨਹੀਂ, ਪੂਰਾ ਨਹੀਂ ਹੋਵੇਗਾ। ਗੁਰ ਦਰ ਢੋਈ ਨਾ ਪ੍ਰਭ ਪਰਵਾਸਾ। ਜਦੋਂ ਉਹਨਾਂ ਨੂੰ ਗੁਰੂ ਦੇ ਦਰਵਾਜ਼ੇ ਤੇ ਘਰ ਢੋਈ ਨਾ ਮਿਲੀ, ਫਿਰ ਪ੍ਰਭੁਰ ਵਾਸਾ ਸੱਚਖੰਡ ਵਾਸਾ ਵੀ ਨਹੀਂ ਹੋਵੇਗਾ। ਤਹੋਂ ਠੌਰ ਤੇ ਰਹਿ ਨਿਰਾਸਾ। ਇਸ ਤਰ੍ਹਾਂ ਉਹ ਇਸ ਧਰਤੀ ਤੇ ਵੀ ਔਖੇ ਨਿਰਾਸੇ ਰਹਿਣਗੇ ਤੇ ਪਰਲੋਕ ਵਿੱਚ ਨਿਰਾਸੇ ਰਹਿਣਗੇ। ਜਾਂ ਦੋਹੂ ਠੌਰ ਤੇ ਆ ਗੁਰੂ ਦੇ ਦਰ ਤੋਂ ਵੀ ਨਿਰਾਸੇ ਰਹਿਣਗੇ, ਤੇ ਪ੍ਰਭੁਰ ਵਾਸਾ ਸੱਚਖੰਡ ਦੇ ਥਾਂ ਤੋਂ ਵੀ ਨਿਰਾਸੇ ਹੀ ਰਹਿਣਗੇ। ਇੱਥੇ ਉੱਥੇ ਥਾਂ ਨਹੀਂ ਮਿਲੇਗੀ। ਜੇ ਜੇ ਗੁਰ ਚਰਨਨ ਰਤ ਹੋਵੈ ਹੈ। ਮਹਾਰਾਜ ਕਹਿੰਦੇ ਜਿਹੜੇ ਪੁਰਸ਼ਾਂ ਦੀ ਗੁਰੂ ਦੇ ਨਾਲ, ਗੁਰੂ ਦੇ ਚਰਨਾਂ ਨਾਲ ਰਤ ਪ੍ਰੀਤੀ ਪ੍ਰੇਮ ਪਿਆਰ ਰਹੇਗਾ, ਤਿਨ ਕੋ ਕਸ਼ਟ ਨਾ ਦੇਖਨ ਪਹੈ। ਉਹਨਾਂ ਨੂੰ ਗੁਰੂ ਸੱਚੇ ਪਾਤਸ਼ਾਹ ਕਦੀ ਵੀ ਜਿਹੜਾ ਕਸ਼ਟ ਹੈ, ਦੁੱਖ ਕਲੇਸ਼ ਦੇਖਣ ਨਹੀਂ ਦੇਣਗੇ। ਉਹਨਾਂ ਨੂੰ ਕਸ਼ਟ ਦੁੱਖ ਦਲਿੱਦਰ ਦੇਖਣਾ ਨਹੀਂ ਪੈਂਦਾ ਹੈ। ਰਿੱਧ ਸਿੱਧ ਤਿਨ ਕੇ ਗ੍ਰਹਿ ਮਾਹੀ। ਤੇ ਗੁਰੂ ਦੀ ਬਖਸ਼ਿਸ਼ ਸਦਕਾ ਰਿੱਧ ਸਿੱਧ ਜਿਹੜੀਆਂ ਰਿੱਧੀਆਂ ਸਿੱਧੀਆਂ ਪਦਾਰਥ ਸਿੱਧ ਸ਼ਕਤੀਆਂ ਉਹਨਾਂ ਦੇ ਘਰ ਵਿੱਚ ਸੁੱਤੇ ਸਿੱਧੀ ਆ ਜਾਣਗੀਆਂ। ਪਾਪ ਤਾਪ ਸ਼ਾਸਕ ਨਾ ਸ਼ਾਹੀ। ਤੇ ਉਹਨਾਂ ਦੇ ਜਿਹੜੇ ਪਾਪ ਹੈ, ਤਾਪ ਕਲੇਸ਼ ਹੈ, ਸਰੀਰ ਨੂੰ ਤੇ ਕੀ ਉਹਨਾਂ ਦੀ ਪਰਛਾਈ ਨੂੰ ਵੀ ਛੋਹ ਨਹੀਂ ਸਕਣਗੇ। ਤਿਹ ਮਲੇਸ਼ ਸ਼ਾਹ ਨਹੀਂ ਸ਼ਾਹ। ਤੇ ਜਿਹੜਾ ਕੋਈ ਮਲੇਸ਼ ਇਹ ਪਾਪ ਤਾਪ ਤੇ ਬੜੇ ਜ਼ਬਰ ਹੁੰਦੇ ਬੰਦੇ ਨੂੰ ਵੀ ਇਹ ਵੀ ਛੋਹ ਨਹੀਂ ਸਕਣਗੇ ਪਰਛਾਵੇਂ ਨੂੰ ਵੀ। ਤੇ ਉਹਨਾਂ ਸੰਤਾਂ ਮਹਾਤਮਾ ਜਿਹੜੇ ਜਿਨ੍ਹਾਂ ਦੀ ਗੁਰੂ ਦੇ ਚਰਨਾਂ ਵਿੱਚ ਰਤ ਕੋਈ ਪ੍ਰੀਤੀ ਹੈ, ਤੇ ਉਹਨਾਂ ਨੂੰ ਜਿਹੜੇ ਮਲੇਸ਼ ਮੈਲੀ ਇੱਛਾ ਵਾਲੇ ਤੁਰਕਾਦਿਕ ਵੀ ਉਹਨਾਂ ਦੀ ਪਰਛਾਈ ਨੂੰ ਛੋਹ ਨਹੀਂ ਸਕਣਗੇ, ਛੋਹ ਨਹੀਂ ਸਕਦੇ ਹੈ। ਅਸ਼ਟ ਸਿੱਧ ਹੋਇਆ ਹੈ ਕਰਮਾ। ਜਿਹੜੀਆਂ 8 ਸਿੱਧੀਆਂ ਹੈ, ਅਣਮਾ ਮਹਿਮਾ ਲਗਮਾ ਗਰਮਾ ਪ੍ਰਾਵਤੀ ਪਰਕਾਮੈ ਈਸਤਾ ਵਸਤਾ, ਇਹ 8 ਮੁੱਖ ਸਿੱਧੀਆਂ ਜਾਂ 18 ਸਿੱਧੀਆਂ ਉਹਨਾਂ ਦੇ ਘਰ ਵਿੱਚ ਹੋ ਜਾਂਦੀਆਂ ਹਨ। ਇਹ 18 ਸਿੱਧੀਆਂ ਹੋ ਜਾਣ ਤੇ ਸਭ ਝਗੜੇ ਖਤਮ ਹੋ ਜਾਂਦੇ ਆ, ਕੋਈ ਦੁਨਿਆਵੀ ਪਦਾਰਥ ਦੀ ਭੁੱਖ ਨਹੀਂ ਰਹਿ ਜਾਂਦੀ। ਤੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਜਿਹੜੇ ਗੁਰੂ ਦੇ ਚਰਨਾਂ ਵਿੱਚ ਰਤ ਪ੍ਰੀਤੀ ਪ੍ਰੇਮ ਰੱਖ ਕੇ
ਤੇ ਗੁਰੂ ਮਹਾਰਾਜ ਦਾ ਨਾਮ ਧਿਆਉਂਦੇ ਬੇਮੁਖ ਨਹੀਂ ਹੁੰਦੇ। 18 ਸਿੱਧੀਆਂ ਉਹਨਾਂ ਦੇ ਘਰ ਵਿੱਚ ਹੋ ਜਾਂਦੀਆਂ ਹਨ। ਹਾਸ ਕਰਤ ਜੋ ਉਦਮ ਉਠਾਹਾ। ਗੁਰੂ ਸਾਹਿਬ ਕਹਿੰਦੇ ਹੋਰ ਤੇ ਕੀ, ਜੇ ਕੋਈ ਹਾਸਾ ਠੱਠਾ ਮਖੌਲ ਕਰਦਿਆਂ ਸਹਿਜ ਸੁਭਾਵੀ ਜੇ ਕੋਈ ਪੁਰਸ਼ ਕਿਸੇ ਲਈ ਲਾਭ ਲਈ ਕੰਮ ਕਰਦਾ ਨਾ ਉਦਮ ਕਰਦਾ ਹੈ। ਨਵੋ ਨਿਧ ਤਿਨ ਕੇ ਘਰ ਆਹਾ। 9 ਨਿਧੀਆਂ 9 ਖਜ਼ਾਨੇ ਉਹਨਾਂ ਦੇ ਘਰ ਵਿੱਚ ਆ ਜਾਂਦੇ ਹਨ। ਮਿਰਜਾ ਬੇਗ ਹੁਤੋ ਤਿਹ ਨਾਮੰ। ਗੁਰੂ ਮਹਾਰਾਜ ਕਹਿੰਦੇ ਵੀ ਜਿਸ ਅਜਦੀ ਨੇ ਨਾ ਮਸੰਦਾਂ ਦੇ ਘਰ ਢਾਏ ਸੀ ਨਾ, ਉਹ ਜਿਹੜਾ ਬਹਾਦਰ ਸ਼ਾਹ ਦਾ ਭੇਜਿਆ ਅਜਦੀਆ, ਉਹਦਾ ਨਾਮ ਮਿਰਜਾ ਬੇਗ ਹੈ ਸੀ। ਜਿਨ ਢਾਹੇ ਬੇਮੁਖਨ ਕੇ ਧਾਮੰ। ਜਿਸ ਮਿਰਜਾ ਬੇਗ ਨੇ ਇਹ ਬੇਮੁਖ ਮਸੰਦਾਂ ਦੇ ਘਰ ਢਾਏ ਸੀ, ਜਿਹੜੇ ਭੱਜ ਗਏ ਸਨ ਇੱਥੋਂ ਹੱਥ 'ਚ ਜੋੜ ਕੇ, ਮਹਾਰਾਜ ਉਹ ਆ ਰਿਹਾ ਹੈ, ਸਹਿਜਾਦਾ ਔਰੰਗਜ਼ੇਬ ਦਾ ਤੰਗ ਕਰੇਗਾ, ਤੇ ਅਸੀਂ ਚੱਲੇ ਹਾਂ। ਤੇ ਉਹਨਾਂ ਫਿਰ ਉਹ ਚਲੇ ਗਏ ਸਨ। ਤੇ ਮਿਰਜਾ ਬੇਗ ਸਤਿਗੁਰੂ ਕਹਿੰਦੇ ਉਹਦਾ ਨਾਮ ਸੀ, ਜਿਹਨੇ ਬੇਮੁਖਾਂ ਦੇ ਘਰ ਢਾਏ ਇਹਨਾਂ ਦੇ। ਸਭ ਸਨਮੁਖ ਗੁਰ ਆਪ ਬਚਾਏ। ਜਿਹੜੇ ਸਨਮੁਖ ਸਨ ਸਾਰੇ ਸਾਡੇ ਭਾਵ ਸਾਡੇ ਇੱਥੇ ਸੇਵਾ 'ਚ ਤਤਪਰ ਰਹੇ ਆ, ਤਿਆਰ ਬਰ ਤਿਆਰ ਆਨੰਦਪੁਰ ਸਾਹਿਬ ਹੀ, ਉਹਨਾਂ ਦੇ ਘਰ ਗੁਰੂ ਸਾਹਿਬ ਜੀ ਨੇ ਆਪ ਬਚਾਏ ਹੈ। ਜਾਂ ਸਨਮੁਖ ਸਿੱਖ ਸਾਰੇ ਗੁਰੂ ਨੇ ਆਪ ਬਚਾਏ ਹੱਥ ਦੇ ਕੇ। ਤਿਨ ਕੇ ਬਾਰ ਨਾ ਬਾਂਕਨ ਪਾਏ। ਕੋਈ ਵੀ ਸਰਕਾਰੀ ਅਹੁਦਿਆ ਉਹਨਾਂ ਦਾ ਜਿਹੜਾ ਵਾਲ ਹੈ, ਮਹਾਰਾਜ ਕਹਿੰਦੇ ਵਿੰਗਾ ਨਹੀਂ ਕਰ ਸਕਿਆ। ਵਾਲਾ ਵਿੰਗਾ ਹੋਆ ਵਿੱਚ ਕਰਤਾ ਪੁਰਖ ਖਲੋਵਾ। ਸੱਚੇ ਪਾਤਸ਼ਾਹ ਜਿੱਥੇ ਵਾਲੀ ਉੱਥੇ ਕੀ ਕੋਈ ਕਰ ਸਕਦਾ ਹੈ। ਨੀਚ ਹੈ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇਸ ਤਰ੍ਹਾਂ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕੋਈ ਕਰ ਪਾ ਸਕਿਆ ਹੈ। ਉਤ ਔਰੰਗ ਜੀ ਅਧਿਕ ਰਸਾਇਓ। ਉਧਰ ਔਰੰਗਜ਼ੇਬ ਦਾ ਜਿਹੜਾ ਪੁੱਤਰ ਹੈ ਮੁਅੱਜ਼ਮ ਖਾਂ ਬਹਾਦਰ ਸ਼ਾਹ, ਉਹ ਬਹੁਤ ਕ੍ਰੋਧ ਵਿੱਚ ਆਇਆ। 4 ਅਹਦੀਨ ਔਰ ਪਠਾਇਓ। ਮਹਾਰਾਜ ਕਹਿੰਦੇ ਜਿਸ ਕਰਕੇ ਉਹਨੇ 4 ਆਪਣੇ ਅਹੁਦੇ ਸਿਪਾਹੀ ਹੋਰ ਉਹਨੇ ਭੇਜ ਦਿੱਤੇ ਇੱਧਰ ਆਨੰਦਪੁਰ ਸਾਹਿਬ ਵੱਲ। ਜੇ ਬੇਮੁਖ ਤਾਂ ਤੇ ਬਚ ਆਏ। ਜਿਹੜੇ ਬੇਮੁਖ ਤਾਂ ਤੇ ਮਿਰਜੇ ਬੇਗ ਤੋਂ ਬਚ ਗਏ ਸਨ, ਬਚ ਕੇ ਆਏ ਸੀ। ਤਿਨ ਕੇ ਗ੍ਰਹਿ ਪੁਨ ਇਨਾ ਗਿਰਾਏ। ਉਹਨਾਂ ਦੇ ਜਿਹੜੇ ਘਰ ਹੈ ਫਿਰ ਕਹਿੰਦੇ ਇਹਨੇ ਗਿਰਾਇਆ। ਜਿਹੜੇ 4 ਅਹੁਦੇ ਭੇਜੇ ਬਾਅਦ ਵਿੱਚ ਬਹਾਦਰ ਸ਼ਾਹ ਨੇ, ਇਹਨਾਂ ਨੇ 4 ਅਹੁਦਿਆਂ ਨੇ ਉਹਨਾਂ ਦੇ ਘਰ ਸੁੱਟ ਦਿੱਤੇ, ਉਹਨਾਂ ਨੂੰ ਵੀ ਨਾ ਬਖਸ਼ਿਆ। ਜੇ ਤਜ ਭਜੇ ਹੋਤੇ ਗੁਰ ਆਨਾ। ਤੇ ਜਿਹੜੇ ਗੁਰੂ ਦਾ ਆਸਰਾ ਛੱਡ ਕੇ ਹੋਰ ਥਾਵਾਂ ਤੇ ਭੱਜੇ ਸਨ। ਤਿੰਨ ਪੁਰ ਗੁਰੂ ਅਹਦੀਹ ਜਾਨਾ। ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਅਹੁਦੇ ਗੁਰੂ ਹੋ ਕੇ ਮਿਲੇ। ਉਹਨਾਂ ਨੇ ਫਿਰ ਅਹੁਦਿਆਂ ਨੂੰ ਹੀ ਗੁਰੂ ਆਪਣਾ ਜਾਣਿਆ ਸਮਝਿਆ। ਮੂਤਰ ਡਾਰ ਤਿਨ ਸੀਸ ਮੁੰਡਾਏ। ਫਿਰ ਉਹ ਅਹੁਦੇ ਚੰਗੇ ਗੁਰੂ ਰੂਪੀ ਹੋ ਕੇ ਨਾ ਗੁਰੂ ਬਣ ਕੇ ਅਹੁਦੇ, ਤੇ ਉਹਨਾਂ ਨੇ ਮੂਤਰਾ ਲਘੂ ਸ਼ੰਕਾ ਪਿਸ਼ਾਬ ਆਦਿਕ ਸੁੱਟ ਕੇ ਉਹਨਾਂ ਦੇ ਸੀਸਾਂ ਉੱਪਰ ਤੇ ਉਹਨਾਂ ਜਿਹੜੇ ਸਿਰ ਮੁੰਨੇ। ਪਾਹੁਰ ਜਾਨ ਗ੍ਰਹਿ ਲੈ ਆਏ। ਉਹਨਾਂ ਭੱਜੇ ਹੋਏ ਬੇਮੁਖਾਂ ਦੇ ਫਿਰ ਅਹੁਦਿਆਂ ਨੇ ਸਿਰ ਮੁੰਨੇ। ਤੇ ਜਾਣੋ ਵੀ ਉਹ ਜਿਹੜੇ ਬੇਮੁਖ ਸਨ ਉਹਨਾਂ ਨੇ ਪੌਲ ਜਾਣ ਕੇ ਨਾ ਵੀ ਸਾਡੇ ਗੁਰੂ ਹੀ ਹੈ, ਜਿਵੇਂ ਚਰਨ ਪੌਲ ਗੁਰੂ ਦੀ ਲਈ ਦੀ ਹੈ। ਜਿਵੇਂ ਅੰਮ੍ਰਿਤ ਛਕਿਆ ਜਾਂਦਾ ਹੁਣ ਤੇ ਖੰਡੇ ਬਾਟੇ ਦਾ, ਪਹਿਲਾਂ ਚਰਨ ਪੌਲ ਹੁੰਦੀ ਸੀ। ਤੇ ਉਹ ਮਾਨੋ ਕਿ ਉਹਨਾਂ ਨੇ ਪੌਲ ਹੀ ਜਿਹੜੀ ਹੈ ਲੈ ਕੇ ਬੇਮੁਖ ਆਪਣੇ ਘਰਾਂ ਨੂੰ ਆਏ ਹਨ। ਜੇ ਜੇ ਭਾਜ ਹੋਤੇ ਬਿਨ ਆਏ ਸਾ। ਜਿਹੜੇ ਵੀ ਗੁਰੂ ਦੀ ਆਗਿਆ ਤੋਂ ਬਿਨ ਆਏ ਸੀ, ਬਿਨਾਂ ਆਗਿਆ ਤੋਂ ਭੱਜ ਆਏ ਸੀ। ਬਹੁ ਅਹਦੀਹ ਕਿਨਾ ਬਤਾਏ ਸਾ। ਉਹਨਾਂ ਅਹੁਦਿਆਂ ਨੇ ਫੜ ਕੇ ਪੁੱਛਿਆ ਵੀ ਦੱਸੋ ਤੁਸੀਂ ਕਿੱਧਰੋਂ ਭੱਜੇ ਹੋ। ਸਿੱਖਾਂ ਨੂੰ ਪੁੱਛਿਆ ਤੇ ਉਹ ਕਿਸੇ ਸਿੱਖ ਨੇ ਦੱਸ ਦਿੱਤਾ। ਮੋਂਡ ਮੋਂਡ ਕਰ ਸ਼ਹਿਰ ਫਿਰਾਏ। ਫਿਰ ਜਦੋਂ ਉਹਨਾਂ ਨੂੰ ਹੋਰਨਾਂ ਆਦਮੀਆਂ ਨੇ ਦੱਸਿਆ ਵੀ ਆਹ ਜਿਹੜੇ ਬੰਦੇ ਆ ਨਾ ਗੁਰੂ ਤੋਂ ਬੇਮੁਖ ਹੋ ਕੇ ਭੱਜੇ ਆ, ਤੇ ਮਹਾਰਾਜ ਕਹਿੰਦੇ ਫਿਰ ਉਹ ਅਹੁਦਿਆਂ ਨੇ ਸਿਪਾਹੀਆਂ ਨੇ ਬਾਦਸ਼ਾਹ ਦੇ ਇਹਨਾਂ ਬੇਮੁਖਾਂ ਦੇ ਸਿਰ ਮੁੰਨ ਕੇ ਸਾਰੇ ਸ਼ਹਿਰ ਦੇ ਵਿੱਚ ਫਰਾਏ ਘੁਮਾਏ ਹਨ। ਕਾਰ ਭੇਟ ਜਨ ਲੈਨ ਸਿਧਾਏ। ਮਾਨੋ ਤੇ ਐਵੇਂ ਫਿਰ ਰਹੇ ਜਿਵੇਂ ਆਪਣੇ ਗੁਰੂ ਅਹੁਦਿਆਂ ਦੀ ਕਾਰ
ਸੇਵਾ ਦੀ ਭੇਟਾ ਲੈਣ ਲਈ ਜਿਹੜੇ ਆ ਤੁਰੇ ਫਿਰਦੇ ਚੱਲੇ ਫਿਰਦੇ ਸ਼ਹਿਰ ਦੇ ਵਿੱਚ ਕਾਰ ਭੇਟਾ ਗਰਾਉਂਦੇ ਫਿਰਦੇ ਮਸੰਦ ਬਣ ਕੇ ਐਵੇਂ ਤੁਰੇ ਫਿਰਦੇ ਸਿਰ ਮਣਾ ਕੇ ਪਾਛਾ ਲਾਗ ਨਰਕਵਾ ਚੱਲੇ। ਤੇ ਇਹਨਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਪਿੱਛੇ ਲੱਗੇ ਹੋਏ ਮਸੰਦਾਂ ਦੇ ਤੇ ਉਹ ਹਲਾ ਹਲਾ ਕਰਦੇ ਚੱਲਦੇ ਹਨ। ਜਾਨਕ ਸਿੱਖ ਸਖਾ ਹੈ ਭਲੇ। ਮਾਨੋ ਜਿਹੜੇ ਛੋਟੇ ਛੋਟੇ ਬੱਚੇ ਉਹ ਤੇ ਬੜੇ ਸਿੱਖ ਸੇਵਕ ਹੈ ਚੰਗੇ ਇਹਨਾਂ ਇਹਦੀਆਂ ਦੇ। ਛਿਕੇ ਤੋਬਰਾ ਬਦਨ ਚੜਾਏ। ਉਹਨਾਂ ਦੇ ਮੂੰਹਾਂ ਉੱਪਰ ਜਿਹੜੇ ਲਿੱਦ ਦੇ ਤੋਬੜੇ ਜੇ ਆ ਉਹ ਚੜਾਏ ਹੋਏ ਜਿਵੇਂ ਟਾਂਗਿਆਂ ਵਾਲੇ ਘੋੜੇ ਦੇ ਮੂੰਹ ਦੇ ਅੱਗੇ ਚੜਾ ਦੇ ਨਾ ਤੋੜਾ ਜਿਹਾ ਚੜਾ ਦਿੰਦੇ ਆ ਪੱਠਾ ਦਾਣਾ ਜਿਹਾ ਪਾ ਕੇ, ਇਸੇ ਤਰ੍ਹਾਂ ਇਹਨਾਂ ਦੇ ਮੂੰਹ ਪਰ ਲਿੱਦ ਦੇ ਤੋਬੜੇ ਜਿਹੜੇ ਚੜਾਏ ਹੋਏ ਹਨ। ਜਨ ਗ੍ਰਹਿ ਖਾਨ ਮਲੀਦਾ ਆਏ। ਮਾਨੋ ਕਿ ਘਰ ਵਿੱਚ ਆ ਕੇ ਤੇ ਇਹ ਚੂਰਮਾ ਹੀ ਖਾਣ ਆਏ ਆ ਜਿਵੇਂ ਸਿੱਧਨਾਥ ਚੂਰਮਾ ਖਾਂਦੇ ਆ, ਮਾਨੋ ਕਿ ਚੂਰਮਾ ਖਾਣ ਵਾਸਤੇ ਹੀ ਆਏ ਹੋਏ ਹਨ। ਮਸਤਕ ਭਏ ਪਨਹੀਨ ਕਾਏ। ਜਿਹੜੇ ਉਹਨਾਂ ਦੇ ਮੂੰਹ ਉੱਤੇ ਇਹ ਜਿਹੜੇ ਸਿਪਾਹੀ ਬਾਦਸ਼ਾਹ ਦੇ ਜੁੱਤੀਆਂ ਮਾਰਦੇ ਆ ਨਾ, ਜੁੱਤੀਆਂ ਮਾਰਦੇ ਮੱਥੇ ਉੱਪਰ ਤੇ ਮੱਥੇ ਉੱਪਰ ਜਿਹੜੇ ਜ਼ਖਮ ਨਿਸ਼ਾਨ ਜੇ ਪਏ ਹਨ। ਜਨ ਕਰ ਟੀਕਾ ਦਏ ਬਣਾਏ। ਮਾਨੋ ਕਿ ਉਹਨਾਂ ਇਹਦੀਆਂ ਨੇ ਜੁੱਤੀਆਂ ਮਾਰ ਮਾਰ ਕੇ ਮੱਥੇ ਦੇ ਉੱਪਰ ਆਪਣੇ ਗੁਰੂ ਹੋਣ ਦਾ ਇਹਨਾਂ ਦੇ ਮੱਥੇ ਦੇ ਟਿੱਕਾ ਹੀ ਬਣਾ ਸਵਾਰ ਕੇ ਦੇ ਦਿੱਤਾ, ਲਾ ਦਿੱਤਾ ਹੈ। ਸੀਸ ਈਟ ਕੇ ਕਾਏ ਕਰੇ ਹੀ। ਜਿਹੜੀਆਂ ਇੱਟਾਂ ਹੈ ਉਹ ਸੀਸ ਦੇ ਉੱਪਰ ਆ ਬੜਾ ਵਾਰਜਾ ਕਰਕੇ ਮਾਰਨਾ ਕਰਦੇ ਹਨ। ਜਨ ਤਿਨ ਭੇਟ ਪੁਰਾਤਨ ਦੇਹੀ। ਮਾਨੋ ਕਿ ਇਹਨਾਂ ਨੂੰ ਜਿਹੜੀ ਭੇਟਾ ਕੋਈ ਪੁਰਾਣੀ ਦੇ ਰਹੇ ਵੀ ਆ ਵੀ ਲੈ ਲਓ ਤੁਹਾਡੀ ਭੇਟਾ ਬਣਦੀ ਸੀ। ਦੋਹਰਾ ਕਬਹੁ ਰਨ ਜੂਝਿਓ ਨਹੀਂ। ਜਿਹੜਾ ਪੁਰਸ਼ ਆ ਕਿਸੇ ਜਿਹੜੇ ਭੱਜੇ ਬੇਮੁਖ ਜਿਹੜੇ ਕੋਈ ਕਿਸੇ ਜੰਗ ਦੇ ਵਿੱਚ ਜੂਝਿਆ ਲੜਿਆ ਹੀ ਨਹੀਂ ਸੀ। ਕਛ ਦਾ ਜਸ ਨਹਲੀਨਾ। ਨਾ ਕੋਈ ਦਾਨ ਪੁੰਨ ਕਰਕੇ ਕੋਈ ਜਸ ਲਿਆ ਸੀ, ਕੋਈ ਜਾਸੀ ਖਟਣਾ ਕੀਤਾ ਸੀ। ਕਾਵ ਬਸਤ ਜਾਣਿਓ ਨਹੀਂ। ਤੇ ਜੋ ਆ ਪਿੰਡਾਂ ਵਿੱਚ ਵਸਦਿਆਂ ਵਸਦੇ ਸੀ ਚੰਗਾ ਭਲਾ ਰਹਿੰਦੇ ਤੇ ਜਿਨ੍ਹਾਂ ਨੂੰ ਕਿਸੇ ਨੇ ਜਾਣਿਆ ਹੀ ਨਹੀਂ ਸੀ ਵੀ ਇਹ ਵੀ ਪਿੰਡ 'ਚ ਭਲਾ ਵਸਦਾ ਹੈ। ਜਮ ਸੋ ਕਿਨ ਕਹਿ ਦੀਨਾ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ ਵੀ ਜਮ ਨੂੰ ਪਤਾ ਨਹੀਂ ਕਿਹਨੇ ਕਹਿ ਦਿੱਤਾ ਵੀ ਇਹ ਇੱਥੇ ਵਸਦਾ ਹੈ ਪਿੰਡ ਦੇ ਵਿੱਚ, ਤੇ ਉਹ ਜਮ ਮਾਨੋ ਜਾਮੀ ਆਣ ਕੇ ਢੁਕੇ ਆ ਜਿਸ ਕਰਕੇ ਇਹਨਾਂ ਨੂੰ ਜੁੱਤੀਆਂ ਪੈ ਰਹੀਆਂ। ਤੇ ਜਮ ਨੇ ਜਮ ਨੂੰ ਵੀ ਪਤਾ ਨਹੀਂ ਕਿਹਨੇ ਖਬਰ ਦੇ ਦਿੱਤੀ ਹੈ ਵੀ ਇਹੋ ਜਿਹੇ ਗੁਪਤ ਲੋਕ ਜਿਨ੍ਹਾਂ ਨੇ ਕੋਈ ਜੰਗ ਨਹੀਂ ਸੀ ਕੀਤਾ, ਨਾ ਕੋਈ ਪੁੰਨ ਦਾਨ ਦੇ ਕੇ ਜਸ ਖੱਟਿਆ, ਤੇ ਨਾ ਹੀ ਆ ਪਿੰਡ ਵਿੱਚ ਵਸਦਿਆਂ ਜਿਨ੍ਹਾਂ ਦਾ ਕੋਈ ਜਾਣਿਆ ਨਹੀਂ ਸੀ ਜਾਂਦਾ ਵੀ ਰਹਿੰਦੇ ਆ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ ਵੀ ਜੰਮ ਨੂੰ ਪਤਾ ਨਹੀਂ ਕਿਹਨੇ ਦੱਸ ਦਿੱਤਾ ਇੱਥੇ ਵਸਦੇ ਆ। ਭਾਵ ਬੇਮੁਖਾਂ ਦੇ ਇਹੋ ਜਿਹੇ ਹਾਲ ਹੋਏ ਮਾੜੇ, ਜੁੱਤੀਆਂ ਪਈਆਂ, ਸਿਰ ਮੁੰਨੇ, ਪਿਸ਼ਾਬ ਸਿਰ 'ਚ ਪਾਇਆ ਗਿਆ, ਇੱਟਾਂ ਵੱਜੀਆਂ, ਜਲੂਸ ਕੱਢ ਕੇ ਸ਼ਹਿਰ 'ਚ ਫਰਾਏ ਗਏ ਸਨ। ਚੌਪਈ ਇਹ ਬਿਦ ਤਿਨ ਭਇਓ ਉਪਹਾਸਾ। ਇਸ ਤਰ੍ਹਾਂ ਉਹਨਾਂ ਬੇਮੁਖਾਂ ਦਾ ਬੜਾ ਉਪਹਾਸਾ ਕਹੀਏ ਠੱਠਾ ਮਖੌਲ ਹੋਇਆ, ਬੜਾ ਮਖੌਲ ਉੱਡਿਆ ਉਹਨਾਂ ਦਾ। ਸਭ ਸੰਤਨ ਮਿਲ ਲਖਿਓ ਤਮਾਸਾ। ਇੱਕ ਨੇ ਨਹੀਂ, ਦੋ ਨੇ ਨਹੀਂ, ਸਤਿਗੁਰੂ ਕਹਿੰਦੇ ਸਾਰੇ ਜਿਹੜੇ ਸੰਤ ਮਹਾਤਮਾ ਅਨੰਦਪੁਰ ਸਾਹਿਬ 'ਚ ਰਹਿਣ ਵਾਲੇ, ਇਰਦ ਗਿਰਦ ਵਸਣ ਵਾਲੇ, ਸਾਰਿਆਂ ਨੇ ਇਹ ਤਮਾਸ਼ਾ ਮਿਲ ਜੁਲ ਕੇ ਲਖਿਓ ਜਾਣਿਆ, ਦੇਖਿਆ, ਤੱਕਿਆ ਸੀ। ਸੰਤਨ ਕਸ਼ਟ ਨਾ ਦੇਖਨ ਪਾਇਓ। ਪਰ ਜਿਹੜੇ ਸੰਤ ਮਹਾਂਪੁਰਸ਼ ਸਿਮਰਨ ਕਰਨ ਵਾਲੇ ਅਭਿਆਸੀ ਜਨ, ਗੁਰੂ ਸਾਹਿਬ ਕਹਿੰਦੇ ਉਹਨਾਂ ਨੇ ਕੋਈ ਵੀ ਵੇਖ ਲਓ ਕਸ਼ਟ ਨਹੀਂ ਦੇਖਣਾ ਪਾਇਆ। ਇਹ ਭੱਜ ਗਏ ਸੀ ਵੀ ਕਸ਼ਟ ਨਾ ਦੇਖਣਾ ਪਏ, ਪਰ ਇਹਨਾਂ ਦੇ ਦੇਖਿਆ। ਪਰ ਮਹਾਤਮਾ ਜਿਹੜੇ ਇੱਥੇ ਬੈਠੇ ਰਹੇ ਸਾਡੇ ਪਾਸ, ਉਹਨਾਂ ਨੇ ਕੋਈ ਕਸ਼ਟ ਨਹੀਂ ਦੇਖਣਾ ਪਾਇਆ ਹੈ। ਆਪ ਹੱਥ ਦਾ ਨਾਥ ਬਚਾਇਓ। ਸਗੋਂ ਆਪ ਹੱਥ ਦੇ ਕੇ ਉਹ ਨਾਥ ਪਰਮੇਸ਼ਰ ਨੇ ਬਚਾਇਆ ਹੈ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਜਿਹਨੂੰ ਮਾਰੇ ਹੱਥ ਦੇ ਕੇ ਰੱਖੇ ਉਹਨੂੰ ਕੌਣ ਮਾਰ ਸਕਦਾ ਹੈ। ਇਸ ਤਰ੍ਹਾਂ ਆਪ ਹੀ ਹੱਥ ਦੇ ਕੇ ਵਾਹਿਗੁਰੂ ਨੇ ਬਚਾਇਆ ਸਭ ਸੰਤਾਂ ਮਹਾਤਮਾ ਨੂੰ, ਸਿੱਖਾਂ ਨੂੰ। ਚਾਰਣੀ ਦੋਹਰਾ
ਜਿਸਨੋ ਸਾਜਨ ਰਾਖਸੀ। ਚਾਰਨੀ ਦੋਹਰਾ, ਇੱਕ ਦੋਹਰੇ ਦੀ ਜਿਹੜਾ ਹੈ ਕਿਸਮ ਹੈ। ਇੱਕ ਤੇ 12-13 ਜਿਹੜਾ ਹੈ ਚਰਨਾਂ ਦਾ ਦੋਹਰਾ ਹੁੰਦਾ ਮਾਤਰਾ ਦਾ। ਇਹ ਦੋਹਰਾ ਵੀ ਜਿਹੜਾ ਇੱਕ ਕਿਸਮ ਦਾ ਹੈ, ਚਾਰਨੀ ਦੋਹਰਾ ਜਿਹਦਾ ਨਾਮ ਹੈ। ਇੱਕ ਬੰਦੀ ਜਨ ਭੱਟ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ ਸੀ ਚਰਨ ਸ਼ਰਨ। ਉਹਦੇ ਪਰਥਾਏ ਗੁਰੂ ਮਹਾਰਾਜ ਜੀ ਨੇ ਚਾਰਨੀ ਦੋਹਰਾ ਉਚਾਰਨ ਕੀਤਾ, ਜਿਸ ਕਰਕੇ ਇਹਦਾ ਨਾਮ ਚਾਰਨੀ ਦੋਹਰਾ ਦਿੱਤਾ ਹੈ। ਜਦੋਂ ਸਤਿਗੁਰੂ ਜੀ ਨੇ, ਜਿਵੇਂ ਸੋਰਠਾ ਹੁੰਦਾ ਹੈ, ਸੋਰਠਾ ਦੋਹਰਾ ਇੱਕ ਹੀ ਕਿਸਮ ਦੇ ਹੈ। ਉਲਟਾ ਕਰ ਦਈਏ ਤੇ ਸੋਰਠਾ ਦੋਹਰੇ ਨੂੰ, ਅਤੇ ਸੋਰਠੇ ਦਾ ਉਲਟਾ ਕਰ ਦਈਏ ਦੋਹਰਾ। ਇਵੇਂ ਹੈ ਕਾਵਿ ਦੇ ਨਿਯਮ। ਚਾਰਨੀ ਦੋਹਰਾ ਮਹਾਰਾਜ ਕਥਨ ਕਰਦੇ ਹੈ, ਜਿਸ ਨੂੰ ਸਾਜਣ ਰਾਖਸੀ। ਉਹ ਸੱਜਣ ਸੱਚਾ ਪਾਤਸ਼ਾਹ, ਜੋ ਸੱਜਣ ਕੀ ਹੈ ਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਜਾਂ ਨਿਰਗੁਣ ਸਰੂਪ ਪਰਮਾਤਮਾ, ਜਿਸ ਨੂੰ ਉਹ ਸੱਜਣ ਵਾਹਿਗੁਰੂ ਰੱਖਦਾ ਹੈ। ਦੁਸ਼ਮਨ ਕਵਨ ਵਿਚਾਰ। ਭਲਾ ਵੀ ਦੁਸ਼ਮਣ ਵਿਚਾਰਾ ਕੀ ਉਹਦੀ ਵਿਚਾਰ ਕਰ ਸਕਦਾ ਵੀ ਇਹਨੂੰ ਮਾਰ ਦੇਣਾ, ਇਹਨੂੰ ਛੱਡਣਾ ਨਹੀਂ ਹੈ, ਖਾਤਮਾ ਇਹਦਾ ਕਰ ਦੇਣਾ। ਦੁਸ਼ਮਣ ਭਲਾ ਕੀ ਦੀ ਵਿਚਾਰ ਕਰ ਸਕਦਾ ਹੈ? ਦੁਸ਼ਮਣ ਦੇ ਪੱਲੇ ਕੀ ਹੈ ਭਲਾ ਉਹਨੂੰ ਮਾਰ ਦੇਵੇ। ਜਿਸ ਵੇਲੇ ਜਿੰਨਾ ਚਿਰ ਵਾਹਿਗੁਰੂ ਰੱਖੇ ਅਪਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਵਾਹਿਗੁਰੂ ਚਾਹੇ ਤੇ ਬਿਨਾਂ ਸਵਾਸਾਂ ਤੋਂ ਰੱਖ ਲੈਂਦਾ, ਫਿਰ ਦੁਸ਼ਮਣ ਦੀ ਕਿਹੜੀ ਵਿਚਾਰ ਹੈ ਵੀ ਉਹ ਮਾਰ ਸਕੇ। ਦੁਸ਼ਮਣ ਵਿਚਾਰ ਨਹੀਂ ਸਕਦਾ ਕੁਝ, ਜਿਹਨੂੰ ਵਾਹਿਗੁਰੂ ਰੱਖੇ। ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ। ਜਿਸ ਵੱਲ ਰੱਬ ਹੈ ਉਹਨੂੰ ਕਾਹਦੀ ਮਸ਼ੰਦਗੀ, ਕਾਹਦੀ ਉਹਨੂੰ ਮੁਥਾਜੀ ਕਹੇ ਦੀ। ਉਹ ਤੇ ਬੇਪਰਵਾਹ ਰਹਿੰਦਾ ਹੈ। ਕਹਿ ਨਾ ਸਕਾ ਤਿਹ ਸ਼ਾਹੇ ਕੋ। ਮਹਾਰਾਜ ਕਹਿੰਦੇ ਵੀ ਉਹ ਬੰਦੇ ਨੂੰ ਕਿਸੇ ਨੇ ਕੀ ਛੋਹਣਾ ਹੈ, ਜਿਹਨੂੰ ਰੱਬ ਰੱਖੇ। ਉਹਦੀ ਤੇ ਪਰਛਾਈ ਨੂੰ ਵੀ ਕੋਈ ਛੋਹ ਨਹੀਂ ਸਕਦਾ। ਅੱਜ ਜਿਵੇਂ ਕੋਈ ਲੰਘਦੇ ਲੰਘਦੇ ਕਈ ਮਿੱਟੀ ਮੁੱਟੀ ਚੁੱਕ ਲੈਂਦੇ, ਪਰਛਾਵਾਂ ਹੀ ਹੈ ਮਾਨੋ। ਉਹਦੀ ਤੇ ਪਰਛਾਈ ਨੂੰ ਵੀ ਕੋਈ ਚੁੱਕ ਨਹੀਂ ਸਕਦਾ, ਛੋਹ ਨਹੀਂ ਸਕਦਾ ਹੈ। ਨਿਹਫਲ ਜਾਏ ਗਵਾਰਾ। ਐਵੇਂ ਜਿਹੜੇ ਮੂਰਖ ਹੈ ਉਹਨਾਂ ਦਾ ਵਾਰ ਦਾ ਘਾ ਨਿਸਫਲ ਹੀ ਚਲਿਆ ਜਾਂਦਾ ਹੈ। ਬਥੇਰੇ ਦਾ ਘਾ ਸੋਚਦੇ ਪਰ ਕੁਝ ਨਹੀਂ ਕਰ ਸਕਦੇ। ਕੋਈ ਨਾ ਪਹੁੰਚਨਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਉਹ ਤੇ ਸੇਵਕ ਕੋ ਨਿਕਟੀ ਹੋਏ ਦਿਖਾਵੈ। ਮਹਾਰਾਜ ਆਪ ਰੱਖਿਆ ਕਰਦੇ ਸੱਚੇ ਪਾਤਸ਼ਾਹ ਜੀ। ਜਿਸਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ। ਉਹਨੂੰ ਕੋਈ ਮਾਰ ਨਹੀਂ ਸਕਦਾ। ਇਵੇਂ ਸਤਿਗੁਰੂ ਮਹਾਰਾਜ ਉਹਦੇ ਵਾਲੀ ਹੁੰਦੇ ਹਨ। ਜੇ ਸਾਧੂ ਸਰਨੀ ਪਰੇ। ਜਿਹੜੇ ਵੀ ਜੋ ਪੁਰਸ਼ ਸਾਧੂ ਸੰਤਾਂ ਦੀ ਸ਼ਰਣੀ ਪਏ ਹੈ ਨਿਮਾਣੇ ਹੋ ਕੇ, ਤਿਨਕੇ ਕਵਨ ਵਿਚਾਰ। ਭਾਈ ਉਹਨਾਂ ਦੇ ਵੀ ਦੁੱਖ ਵਿੱਚ ਪੈਣ ਦੀ ਕੋਈ ਵਿਚਾਰ ਹੀ ਨਹੀਂ ਹੈ ਵੀ ਉਹ ਦੁਖੀ ਹੋ ਜਾਊਗਾ। ਜਿਹੜੇ ਸੰਤਾਂ ਦੀ ਸ਼ਰਣੀ ਪਏ ਹੈ ਉਹ ਨਹੀਂ ਦੁਖੀ ਹੁੰਦੇ। ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਉਹ ਜ਼ਰੂਰ ਦੁਖੀ ਹੁੰਦੇ ਹੈ। ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜਿਹੜੇ ਮਹਾਤਮਾ ਦੀ ਨਿੰਦਾ ਚੁਗਲੀ ਕਰਦੇ ਆ, ਦੁਸ਼ਟਤਾਈ ਕਰਕੇ ਉਹਨਾਂ ਨਾਲ ਲੜਦੇ ਝਗੜਦੇ ਆ, ਵੈਰ ਵਿਰੋਧ ਕਰਦੇ ਆ, ਉਹ ਤੇ ਮੁੜ ਮੁੜ ਅਵਤਾਰ ਭਾਈ ਜਨਮ ਲੈਂਦੇ, ਜੂਨਾਂ 'ਚ ਪੈਂਦੇ ਆ। ਬਹੁਤ ਜੂਨਾਂ 'ਚ ਪੈਣਾ ਪੈਂਦਾ ਉਹਨਾਂ ਨੂੰ। ਪਰ ਜਿਹੜੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਿਹਾਰ, ਉਹ ਉਧਰ ਜਾਂਦੇ, ਉਹ ਪਾਰ ਲੰਘ ਜਾਂਦੇ। ਅਤੇ ਸੰਤ ਦੇ ਜਿਹੜੇ ਦੋਖੀ ਹੈ ਉਹ ਤੇ ਗੁਰੂ ਮਹਾਰਾਜ ਕਹਿੰਦੇ ਵੀ ਸੰਤ ਕਾ ਨਿੰਦਕ ਆਕਾਸ਼ ਤੇ ਟਾਰੋਂ। ਜਿਹੜਾ ਸੰਤ ਕਾ ਨਿੰਦਕ ਉਹਨੂੰ ਤੇ ਕਹਿੰਦੇ ਆਕਾਸ਼ ਤੋਂ ਤਾਂ ਕਰਕੇ ਫਿਰ ਠਾਂ ਸੁੱਟ ਕੇ ਮਾਰ ਦਿਆਂਗੇ। ਉਹ ਸੰਤ ਦਾ ਨਿੰਦਕ ਮਰਦਾ ਹੈ, ਦੂਜਾ ਨਹੀਂ ਮਰਦਾ। ਜਿਹੜੇ ਸਾਧੂ ਦੀ ਸ਼ਰਣੀ ਪਏ ਹੈ, ਮਹਾਰਾਜ ਕਹਿੰਦੇ ਹਨ ਤਿਨਕੇ ਕਵਨ ਵਿਚਾਰ। ਉਹਨਾਂ ਨੂੰ ਮਾਰਨ ਦੀ ਭਲਾ ਕਿਹੜੀ ਕਿਸੇ ਦੀ ਵਿਚਾਰ ਚੱਲਦੀ? ਕੋਈ ਵਿਚਾਰ ਨਹੀਂ ਚੱਲਦੀ ਜਿੱਥੇ ਸੰਤ ਮਹਾਂਪੁਰਸ਼ ਰੱਖਣ। ਦੰਤ ਜੀਭ ਜਿਮ ਰਾਖ ਹੈ। ਜਿਵੇਂ ਕਹਿੰਦੇ ਵੀ ਵਾਹਿਗੁਰੂ ਪਰਮੇਸ਼ਰ ਨੇ ਵੇਖ ਲਓ ਵੀ 32 ਦੰਦਾਂ ਦੇ ਵਿੱਚ ਜੀਭ ਨੂੰ ਐਂ ਸੁਰੱਖਿਅਤ ਹੀ ਰੱਖਿਆ ਹੋਇਆ, ਦੀ ਰੱਖਿਆ ਕੀਤੀ ਹੋਈ। ਜ਼ੁਬਾਨ ਨੂੰ ਦੰਦ ਕੁਝ ਨਹੀਂ ਕਰਦੇ ਹੈ, ਹੋਰ ਸਭ ਕੁਝ ਚਿੱਠੀ ਜਾਂਦੇ ਹਨ ਜੋ ਆਵੇ। ਦੁਸ਼ਟ ਅਰਿਸ਼ਟ ਸੰਘਾਰਾ। ਇਸੇ ਤਰ੍ਹਾਂ ਵਾਹਿਗੁਰੂ ਜਿਹੜਾ ਹੈ
ਉਹ ਜਿਹੜੇ ਸੰਤਾਂ ਨੂੰ ਦੁੱਖ ਦੇਣ ਵਾਲੇ ਦੁਸ਼ਟ ਲੋਕ, ਦੁਖੀ ਤੇ ਅਰਿਸ਼ਟ ਕਹੀਏ ਪਾਪੀ ਲੋਕ ਹੈ, ਉਹਨਾਂ ਦਾ ਮਹਾਰਾਜ ਸੰਘਾਰ ਨਾਸ ਕਰਦਾ ਹੈ। ਉਹ ਮਰ ਮੁਰ ਜਾਂਦੇ ਹੈ ਵੈਰ ਵਿਰੋਧ ਕਰਨ ਵਾਲੇ, ਪਰ ਮਹਾਂਪੁਰਸ਼ ਉਸੇ ਤਰ੍ਹਾਂ ਹੀ ਕਾਇਮ ਰਹਿੰਦੇ ਹੈ। ਧਰਮ ਦੇ ਜਿਹੜੇ ਦੋਖੀ ਲੋਕ ਉਹ ਮਰ ਜਾਂਦੇ ਹੈ, ਪਰ ਧਰਮ ਕਦੀ ਮਰਦਾ ਨਹੀਂ ਹੈ। ਜਿਵੇਂ ਕਿਸੇ ਵਿਦਵਾਨ ਨੇ ਲਿਖਿਆ ਹੋਇਆ ਹੈ ਦੰਦਾਂ ਦੇ ਬਾਰੇ ਵਿੱਚ ਹੀ, ਕਿ ਉਹਨੇ ਬੜੇ ਸੋਹਣੇ ਦੋਹਰੇ ਲਿਖੇ ਹੋਏ ਆ ਕਿ ਦੰਦ ਆਪਣੇ ਹੰਕਾਰ ਵਿੱਚ ਆ ਕੇ ਗੱਲ ਕਹਿੰਦੇ ਜ਼ਬਾਨ ਨੂੰ, ਹਮ ਬੱਤੀ ਤੁਮ ਏਕਲੀ ਬਸੇ ਹਮਾਰੇ ਬੀਚ, ਇਗੜ ਤਿਗੜਤਾ ਜੇ ਕਰੇ ਬੀਚੇ ਲੇਵੈ ਪੀਸ। ਉਹ ਦੰਦ ਕਹਿੰਦੇ ਆ ਵੀ ਹੰਕਾਰ ਵਿੱਚ, ਵੇਖ ਅਸੀਂ ਬੱਤੀ ਆ, ਤੂੰ ਇਕੱਲੀ ਹੈ, ਅਤੇ ਵੇਖ ਲਾ ਤੂੰ ਸਾਡੇ ਬੱਤੀਆਂ ਦੇ ਵਿੱਚ ਹੀ ਵੱਸਦੀ ਹੈ, ਕਿਉਂਕਿ ਬੱਤੀ ਦੰਦ ਆਲੇ ਦੁਆਲੇ ਵਿੱਚ ਜ਼ੁਬਾਨ ਹੈ, ਇਹਦੇ ਵਿੱਚ ਹੀ ਵੱਸਦੀ ਤੂੰ। ਇਗੜ ਤਿਗੜਤਾ ਜੇ ਕਰੇ, ਜੇ ਤੂੰ ਇਗੜ ਤਿਗੜ ਕਰੇਂਗੀ ਨਾ ਚੂੰ ਚਾਂ, ਅਤੇ ਬੀਚੇ ਲੈਵੈ ਪੀਸ, ਤੈਨੂੰ ਵਿੱਚੇ ਪੀਸ ਲਵਾਂਗੇ ਅਸੀਂ, ਤੈਨੂੰ ਦਬਾ ਲਾਂਗੇ ਅਸੀਂ। ਇਹ ਦੰਦ ਬੱਤੀ ਹੋਣ ਦਾ ਹੰਕਾਰ ਕਰਦੇ, ਬਹੁਤੇ ਹੋਣ ਦਾ। ਅਤੇ ਜਦੋਂ ਫਿਰ ਹਰ ਜੀਉ ਅਹੰਕਾਰ ਨਾ ਭਾਵਈ ਬੇਦਕੂਕ ਸੁਣਾਵ ਹੈ, ਮਹਾਰਾਜ ਨੂੰ ਹੰਕਾਰ ਤੇ ਪਾਉਂਦਾ ਨਹੀਂ। ਅੱਗੋਂ ਜਿਹੜੀ ਹੈ ਜ਼ਬਾਨ ਹੈ ਉਹ ਵਾਹਿਗੁਰੂ ਦਾ ਆਸਰਾ ਲੈਂਦੀ ਹੋਈ ਓਟ ਆਸਰਾ, ਨਿਰਭਉ ਹੋ ਕੇ ਨਿਰਭੈ ਹੋ ਕੇ ਫਿਰ ਦੰਦਾਂ ਨੂੰ ਜਵਾਬ ਦਿੰਦੀ ਹੈ। ਅੱਗੋਂ ਕਹਿੰਦੀ ਤੁਮ ਬੱਤੀ ਹਮ ਏਕਲੀ ਬਸੂੰ ਤੁਮਾਰੇ ਪਾਸ, ਏਕ ਬਚਨ ਐਸਾ ਕਰੂੰ ਬੱਤੀ ਦੇਊ ਨਿਕਾਸ। ਉਹ ਕਹਿੰਦੀ ਜ਼ਬਾਨ, ਹਾਂ ਵੀ ਮੈਂ ਇਕੱਲੀ ਹਾਂ, ਤੁਸੀਂ ਬੱਤੀ ਜਾਣੇ ਹੋ, ਅਤੇ ਵਸੂੰਗੀ ਵੀ ਤੁਹਾਡੇ ਵਿੱਚ ਹੀ, ਪਰ ਮੈਂ ਮਹਾਰਾਜ ਦੀ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਗੱਲ ਕਹਿੰਦੀ ਹਾਂ, ਏਕ ਬਚਨ ਐਸਾ ਕਰੂੰ, ਇੱਕੋ ਹੀ ਬਚਨ ਇਹੋ ਜਿਹਾ ਕਰੂੰਗੀ ਮੈਂ, ਅਤੇ ਬੱਤੀ ਦੇਊ ਨਿਕਾਸ, ਬੱਤੀ ਦੇ ਬੱਤੀ ਤੁਹਾਨੂੰ ਮੈਂ ਕਢਾ ਕੇ ਰੱਖ ਦੂੰਗੀ ਬਾਹਰ ਮੂੰਹ 'ਚ। ਤੋ ਜ਼ਬਾਨ ਦੀ ਕਲਾ ਵੀ ਹੈ, ਇੱਕ ਇਹੋ ਜਿਹੀ ਗੱਲ ਗੁੱਲ ਕਰ ਦਿਓ ਕਿ ਫਿਰ ਕਈ ਬੱਤੀ ਦੇ ਬੱਤੀ ਬਾਹਰ ਕੱਢ ਦਿੰਦੇ ਹੁੰਦੇ। ਇਸ ਤਰ੍ਹਾਂ ਹੈ ਮਹਾਰਾਜ ਜੀ ਨੇ ਇੱਥੇ ਲਿਖਿਆ ਦੰਤ ਜੀਵ ਜਿਮ ਰਾਖ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਬੱਤੀ ਦੰਦਾਂ ਵਿੱਚ ਇਕੱਲੀ ਜ਼ਬਾਨ ਨੂੰ ਰੱਖਦਾ, ਇਵੇਂ ਮਹਾਂਪੁਰਸ਼ ਇਕੱਲਾ ਹੀ ਬੱਤੀ ਕੀ ਕਰੋੜਾਂ ਕਰੋੜ ਦੁਸ਼ਟ ਹੋਣ ਉਹਨਾਂ ਵਿੱਚ ਰੱਖਦਾ, ਉਹਨਾਂ ਦਾ ਸਗਨਾਸ ਕਰ ਦਿੰਦਾ, ਮਹਾਂਪੁਰਸ਼ ਨੂੰ ਕੁਝ ਨਹੀਂ ਹੁੰਦਾ। ਇਸ ਤਰ੍ਹਾਂ ਕਲਾ ਜਿਹੜੀ ਵਰਤਦੀ ਹੈ, ਗੁਰੂ ਮਹਾਰਾਜ ਜੀ ਦੀ ਇਹ ਕਲਾ ਵਰਤਦੀ, ਸੱਚ ਸਦਾ ਰਹਿੰਦਾ ਹੈ, ਝੂਠ ਦਾ ਨਾਸ ਹੁੰਦਾ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸਹਜਾਦੇਵ ਅਹਦਿਆ ਗਮਨਾ ਵਰਣਨੰ। ਇਤੀ ਕਹੀਏ ਇੱਥੇ ਸ੍ਰੀ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਜੋ ਪ੍ਰਸੰਗ ਆਇਆ ਸਹਿਜਾਦੇ ਦਾ ਆਗਮਨ, ਭਾ ਬਹਾਦਰ ਸ਼ਾਹ ਦਾ ਪੰਜਾਬ ਨੂੰ ਆਗਮਨ ਆਉਣਾ, ਅਤੇ ਅਹਿਦੀਆਂ ਦਾ ਉਹਦੇ ਵੱਲੋਂ ਅਹਿਦੀਏ ਭੇਜਣੇ ਅਨੰਦਪੁਰ ਸਾਹਿਬ, ਮਿਰਜ਼ਾ ਬੇਗ ਆਦਿਕ 4 ਜਾਣੇ ਹੋਰ, ਅਤੇ ਜਿਨ੍ਹਾਂ ਦਾ ਆਉਣਾ ਇਹ ਬੇਮੁਖ ਲੋਕਾਂ ਦੇ ਘਰ ਢਾਉਣੇ, ਇਹਨਾਂ ਦਾ ਜਲੂਸ ਕੱਢਣਾ, ਇਹ ਸਤਿਗੁਰੂ ਕਹਿੰਦੇ ਵਰਣਨ, ਇੱਥੇ ਵਰਣਨ ਕੀਤਾ ਇਸ ਅਧਿਆਏ 13ਵੇਂ ਵਿੱਚ। ਨਾਮ ਤ੍ਰੋਦਸਮ ਧਿਆਏ ਸਮਾਪਤ ਮਸਤ ਸੁਭ ਮਸਤ ਅਫਜੂ। ਜੋ 13ਵਾਂ ਅਧਿਆਏ ਹੈ, ਇੱਥੇ ਧਿਆਏ ਸਮਾਪਤ ਮਸਤ, ਸਮਾਪਤ ਮਸਤ ਕਹੀਏ ਹੋਇਆ ਹੈ, ਸ਼ੁਭ ਕਹੀਏ ਚੰਗਾ, ਮਸਤ ਕਹੀਏ ਸੰਪੂਰਨ ਹੋਇਆ ਇੱਥੇ ਅਧਿਆਏ ਇਹ ਪੂਰਾ ਹੀ। ਅਫਜੂ ਇਸ ਤਰ੍ਹਾਂ ਬਚਿੱਤਰ ਨਾਟਕ ਬਾਣੀ ਦੇ ਜਿਹੜੇ 460 ਜਿਹੜੇ ਛੰਦਾਂ ਦਾ ਜੋੜ ਹੋ ਗਿਆ ਹੈ। ਅਫਜੂ ਅੱਗੇ ਹੋਰ ਚੱਲਦਾ ਪ੍ਰਸੰਗ ਹੈ 14ਵਾਂ ਅਧਿਆਏ। ਜਿਵੇਂ ਅਖਬਾਰਾਂ 'ਤੇ ਲਿਖਿਆ ਹੁੰਦਾ ਬਾਕੀ ਸਫਾ ਨੋਟ ਬਾਕੀ ਦਾ ਸਫਾ ਜੇ ਹੋਰ ਰਹਿੰਦਾ ਜਾਂ ਅੱਗੇ ਹੋਰ ਚੱਲਦਾ, ਭਾਵ ਖਬਰ ਅੱਗੇ ਹੋਰ ਚੱਲਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਅੱਗੇ ਹੋਰ ਜਿਹੜਾ ਹੈ ਬਚਿੱਤਰ ਨਾਟਕ ਬਾਣੀ ਦਾ ਜਿਹੜਾ ਅਧਿਆਇ ਚੱਲਦਾ ਹੈ। ਜੋ ਕੋਈ ਸਰਬ ਕਾਲ ਸਭ ਸਾਧ ਉਬਾਰੇ। ਸੱਚੇ ਪਾਤਸ਼ਾਹ ਜੀ ਅਖੀਰਲੇ ਅਧਿਆਇ ਵਿੱਚ ਵਾਹਿਗੁਰੂ ਦੀ ਮਹਿਮਾ ਕਰਦੇ ਹੋਏ ਦੱਸ ਰਹੇ ਹੈ
ਵੀ ਸਾਰਿਆਂ ਦਾ ਜੋ ਕਾਲ ਕਰਨ ਵਾਲਾ ਵਾਹਿਗੁਰੂ ਮਹਾਂਕਾਲ ਹੈ, ਉਹਨੇ ਸਾਰੇ ਤਿੰਨੇ ਸਮਿਆਂ ਵਿੱਚ ਹੀ ਭਾਈ, ਤੇ ਸਾਰੇ ਸਮੇਂ ਚਾਰੇ ਯੁੱਗਾਂ ਵਿੱਚ ਹੀ ਉਹਨੇ ਸਾਰੇ ਸਾਧ ਉਬਾਰੇ ਕਈ ਬਚਾਏ ਹੈ। ਸਤਯੁਗ ਵਿੱਚ, ਤ੍ਰੇਤੇ 'ਚ, ਦੁਆਪਰ 'ਚ, ਕਲਯੁਗ ਵਿੱਚ ਕਦੀ ਉਸ ਵਾਹਿਗੁਰੂ ਨੇ ਸਾਧਾ ਸੰਤਾਂ ਨੂੰ ਦੁੱਖ ਨਹੀਂ ਆਉਣ ਦਿੱਤਾ। ਵੇਖੋ ਉਸ ਪਰਮੇਸ਼ਰ ਨੇ ਸਾਰੇ ਸਮਿਆਂ 'ਚ ਰੱਖਿਆ ਕੀਤੀ। ਭਗਤ ਪ੍ਰਹਿਲਾਦ ਜੀ ਦੀ ਕੀਤੀ ਹੈ। ਇਸੇ ਤਰ੍ਹਾਂ ਤ੍ਰੇਤੇ ਦੇ ਵਿੱਚ ਹੋਰ ਸੰਤਾਂ ਦੀ ਕੀਤੀ। ਰਾਵਣ ਨੂੰ ਮਾਰਿਆ, ਦੇਵਤਿਆਂ ਦੀ ਜਾਨ ਛਡਾਈ। ਦੁਆਪਰ ਵਿੱਚ ਕੰਸ ਕੇਸੀ ਮਾਰਿਆ, ਹੋਰ ਦੈਂਤ ਮਾਰੇ ਹੈ। ਅਤੇ ਕਲਯੁਗ ਦੇ ਵਿੱਚ ਕਿੰਨੇ ਮਾਰੇ ਹੈ ਪਰਮੇਸ਼ਰ ਨੇ। ਭਗਤ ਕਬੀਰ ਹੋਣਾ, ਮਹਾਰਾਜ ਜੀ ਹੋਣਾ ਨੂੰ ਸਮੇਂ ਦੀਆਂ ਰਾਜੇ ਸੁੱਟਦੇ ਰਹੇ ਹਾਥੀ ਅੱਗੇ ਜੂੜ ਜੂੜ ਕੇ, ਪਰ ਹਾਥੀ ਵੇਖ ਲਓ ਵੀ ਹਾਥੀ ਕੁਝ ਨਾ ਕਰ ਸਕਿਆ। ਅਤੇ ਹਾਥੀ ਨੂੰ ਭਗਤ ਕਬੀਰ ਮਹਾਰਾਜ ਬੱਬਰ ਸ਼ੇਰ ਦਿਖਦੇ ਸੀ, ਜਿਸ ਕਰਕੇ ਹਾਥੀ ਦੀਆਂ ਚੀਕਾਂ ਨਿਕਲ ਗਈਆਂ। ਹਾਥੀ ਦੇ ਹਿਰਦੇ 'ਚ ਵੀ ਰੱਬ ਹੀ ਵੱਸਦਾ, ਉਹਨੂੰ ਰੱਬ ਵੱਲੋਂ ਭਗਤ ਕਬੀਰ ਬੱਬਰ ਸ਼ੇਰ ਦਿਖਦੇ ਸਨ, ਅਤੇ ਹਾਥੀ ਕੁਝ ਨਾ ਕਰ ਸਕਿਆ। ਇਸੇ ਤਰ੍ਹਾਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਉਹ ਜੰਜੀਰਾਂ ਬੰਨ੍ਹ ਕੇ ਵੀ ਸੁੱਟਿਆ ਸੀ ਭਗਤ ਮਹਾਰਾਜ ਨੂੰ ਦਰਿਆ ਦੇ ਵਿੱਚ, ਪਰ ਉਹ ਵੀ ਟੁੱਟ ਹੀ ਗਈਆਂ ਸਨ। ਸਗੋਂ ਸਾਧੂਆਂ ਵਾਂਗੂ ਮ੍ਰਿਗਸ਼ਾਲਾ ਉੱਪਰ ਬੈਠੇ ਭਗਤ ਕਬੀਰ ਬਾਹਰ ਆ ਗਏ ਸੀ। ਭਗਤ ਨਾਮਦੇਵ ਜੀ ਨੂੰ ਬਚਾਇਆ ਵਾਹਿਗੁਰੂ ਨੇ। ਇਸੇ ਤਰ੍ਹਾਂ ਕਿੰਨੀਆਂ ਕੁ ਕਥਾ ਸਾਧ ਸੰਗਤ ਜੀ ਦੱਸੀ ਹੈ। ਸੱਚੇ ਪਾਤਸ਼ਾਹ ਜੀ ਨੇ ਰੱਖਿਆ ਹੀ ਹੈ, ਤਾਂ ਗੁਰੂ ਮਹਾਰਾਜ ਕਹਿ ਰਹੇ ਹੈ ਸਾਰਿਆਂ ਸਮਿਆਂ ਵਿੱਚ ਉਸ ਵਾਹਿਗੁਰੂ ਨੇ ਆਪਣੇ ਸਾਧ ਬਚਾਏ ਹੈ। ਭਗਤਾਂ ਦੀ ਰੱਖਦਾ ਸਦਾ ਤੂੰ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਹੁੰਚਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਦੀ ਪੈਜ ਰੱਖ ਤੂੰ ਸੁਆਮੀ। ਇਸ ਤਰ੍ਹਾਂ ਰੋਜ਼ ਹੀ ਆਪਾਂ ਪੜ੍ਹਦੇ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਠ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਸੇਵਿਆ, ਅੰਤ ਲੈ ਛਡਾਇਆ। ਇਵੇਂ ਆਪਣੇ ਸੰਤਾਂ ਦੀ ਰੱਖਿਆ ਹੀ ਕਰਦਾ ਮਹਾਰਾਜ। ਅਤੇ ਸਰਬ ਕਾਲ ਸਭ ਸਾਧ ਉਬਾਰੇ, ਸਾਰਿਆਂ ਸਮਾਂ ਵਿੱਚ ਜੋ ਸਭ ਦਾ ਕਾਲ ਕਰਨ ਵਾਲਾ ਉਸ ਵਾਹਿਗੁਰੂ ਨੇ ਆਪਣੇ ਸਾਧ ਹਮੇਸ਼ਾ ਹੀ ਬਚਾਏ ਹਨ। ਦੁਖ ਦਾ ਕਾ ਦੁਖੀ ਸਭ ਮਾਰੇ, ਉਹਨਾਂ ਦੇ ਦੋਖੀਆਂ ਨੂੰ ਸਗੋਂ ਦੁੱਖ ਦੇ ਦੇ ਕੇ ਦੁਸ਼ਟ ਵੈਰੀ ਮਾਰੇ ਹੈ ਉਸ ਮਾਲਕ ਨੇ। ਅਦਭੁਤ ਗਤ ਭਗਤਨ ਦਿਖਰਾਈ, ਤੇ ਵਾਹਿਗੁਰੂ ਨੇ ਆਪਣੀ ਜਿਹੜੀ ਅਚਰਜੀ ਗਤ ਲੀਲਾ ਨਾ ਭਗਤਾਂ ਨੂੰ ਦਿਖਾਈ ਹੈ। ਭਗਤਾਂ ਦੀ ਵਡਿਆਈ ਰੱਖੀ ਹਮੇਸ਼ਾ। ਸਭ ਸੰਕਟ ਤੇ ਲਏ ਬਚਾਈ, ਉਹਨਾਂ ਆਪਣੇ ਪਿਆਰਿਆਂ ਨੂੰ ਸਾਰਿਆਂ ਸੰਕਟਾਂ ਤੋਂ ਵਾਹਿਗੁਰੂ ਨੇ ਬਚਾ ਲਿਆ ਹੈ। ਗੁਰੂ ਮਹਾਰਾਜ ਨੇ ਹੱਥ ਦੇ ਕੇ ਜਦੋਂ ਜਦੋਂ ਵੀ ਭਗਤਾਂ ਦੇ ਆਪਾਂ ਜੀਵਨ ਪੜ੍ਹਦੇ ਹਾਂ, ਭਗਤ ਸਧਨਾ ਜੀ ਦਾ, ਭਗਤ ਕਬੀਰ ਜੀ ਦਾ, ਭਗਤ ਨਾਮਦੇਵ ਜੀ ਦਾ ਹੱਥ ਦੇ ਕੇ ਮਹਾਰਾਜ ਨੇ ਰੱਖਿਆ ਕਿ ਨਹੀਂ ਰੱਖਿਆ। ਵੇਖੋ ਰੱਖਿਆ ਹੀ ਹੈ ਨਾ। ਜਿਹੜੇ ਓਟ ਆਸਰੇ 'ਤੇ ਰਹਿੰਦੇ ਹੈ, ਜਿਹੜੇ ਦੂਜਿਆਂ ਦੇ ਆਸਰੇ ਛੱਡ ਕੇ ਰੱਬ ਦਾ ਆਸਰਾ ਲੈਂਦੇ, ਉਹਨਾਂ ਨੂੰ ਰੱਬ ਰੱਖਦਾ। ਕਿਉਂਕਿ ਜਿੰਨਾ ਚਿਰ ਬੰਦੇ ਨੂੰ ਬੰਦੇ ਦੀ ਆਸ ਹੈ, ਉਨਾ ਚਿਰ ਵਾਹਿਗੁਰੂ ਨੇੜੇ ਨਹੀਂ ਹੈ। ਜਦੋਂ ਸਭੋ ਭੱਜੇ ਆਸਰਾ, ਜਦੋਂ ਸਾਰੇ ਬੰਨੋਂ ਆਸਰੇ ਟੁੱਟ ਜਾਂਦੇ ਹੈ, ਬੰਦਾ ਸ਼ਰਨ ਵੀ ਰੱਬ ਦੀ ਦਿਲੋਂ ਉਦੋਂ ਹੀ ਲੈਂਦਾ ਹੈ, ਅਤੇ ਉਦੋਂ ਹੀ ਪਰਮਾਤਮਾ ਨੇੜੇ ਹੁੰਦਾ। ਇਸ ਤਰ੍ਹਾਂ ਭਗਤਾਂ ਦਾ ਤਾਂ ਇਹੀ ਸੁਭਾਅ ਸੀ, ਕਿਸੇ ਦੀ ਕੋਈ ਆਸ ਨਹੀਂ। ਆਲੇ ਦੁਆਲੇ ਝੂਠਿਆਂ ਲਫੰਗਿਆਂ ਦੀ ਚੌਂਕੜੀ, ਮਾਰ ਦੋ ਕਬੀਰ ਕੋ ਮਾਰ ਦੋ, ਜੇ ਰਹਿਣਾ ਨਹੀਂ ਚਾਹੀਏ। ਪਰ ਭਗਤ ਮਹਾਰਾਜ ਜੀ ਜੈ ਜੈਕਾਰ, ਨਾਮ ਧਿਆਉਂਦੇ ਰਹੇ, ਨਾਮ ਜਪਦੇ ਰਹੇ, ਜਿਸ ਕਰਕੇ ਪਰਮੇਸ਼ਰ ਰੱਖਿਆ ਕਰਦਾ ਰਿਹਾ। ਭਗਤ ਪ੍ਰਹਿਲਾਦ ਜੀ ਦੇ ਪਿਤਾ ਵੀ ਇਹੀ ਗੱਲ ਕਹਿੰਦੇ, ਉਹ ਨਲਾਇਕ ਬੱਚੇ ਕੀ ਤੂੰ ਮੇਰੀ ਜਾਨ ਖਾਧੀ, ਕਿੱਥੇ ਤੇਰਾ ਰਾਮ ਜਿਹਦਾ ਨਾਮ ਲੈਂਦਾ ਹੈ ਤੂੰ। ਉਹ ਕਹਿੰਦੇ ਪਿਤਾ ਜੀ ਦੱਸੋ ਭਗਵਾਨ ਕਿੱਥੇ ਹੈ। ਕਿਤੇ ਨਹੀਂ, ਉਹ ਤਾਂ ਸਭ ਥਾਂ ਹੀ ਹੈ, ਕਿਤੇ ਦੂਰ ਥੋੜ੍ਹੀ ਹੈ। ਅਤੇ ਇਹਨੇ ਮੁੱਠੀ 'ਤੇ ਰੱਖ ਕੇ ਹੱਥ 'ਤੇ ਤਲਵਾਰ ਆਪਣੀ ਲਿਸ਼ਕਦੀ ਕੱਢੀ ਬਿਜਲੀ ਵਾਂਗ। ਕਹਿੰਦਾ ਥੰਮ 'ਚ ਹੈਗਾ ਤੇਰਾ ਭਗਵਾਨ। ਕਹਿੰਦੇ ਹਾਂ ਪਿਤਾ ਜੀ ਹੈ ਇੱਥੇ ਵੀ।
ਜਦੋਂ ਥੰਮ ਤੇ ਮਾਰੀ ਤਲਵਾਰ, ਥੰਬ ਤੇ ਨਿਕਸ ਪ੍ਰਭ ਥੰਬ ਤੇ ਨਿਕਸੈ ਕੈ ਵਿਸਥਾਰ। ਹਰ ਨਾਕਸ਼ ਸੇਧਿਓ ਨਖ ਬੇਦਾਰ। ਥੰਮ ਪਾੜ ਕੇ ਭਗਵਾਨ ਨਿਕਲਿਆ ਤੇ ਨਵਾਂ ਨਾਲ ਪਾੜ ਕੇ ਸੁੱਟ ਦਿੱਤਾ। ਉਹ ਸਾਰੀ ਗੱਲ ਕੀ ਹੈ? ਭਰੋਸੇ ਦੀ, ਯਕੀਨ ਦੀ, ਨਾਮ ਦੀ। ਉਹ ਭਗਤਾਂ ਨੇ ਨਾਮ ਜਪਿਆ, ਜਿਸ ਕਰਕੇ ਅਦਭੁਤ ਗਤ ਦਿਖਰਾਈ। ਅਸਚਰਜੀ ਲੀਲਾ ਭਗਵਾਨ ਵਾਹਿਗੁਰੂ ਨੇ ਵੀ ਅੱਗੋਂ ਦਿਖਾਈ ਹੈ। ਸਾਰੇ ਸੰਕਟ ਕਲੇਸ਼ਾਂ ਦੁੱਖਾਂ ਤੋਂ ਬਚਾ ਲਏ ਆਪਣੇ ਸੰਤ ਸਾਧੂ। ਸਭ ਸੰਕਟ ਤੇ ਸੰਤ ਬਚਾਏ। ਪ੍ਰਭੂ ਨੇ ਸਾਰੇ ਕਸ਼ਟਾਂ ਤੋਂ ਆਪਣੇ ਸੰਤ ਬਚਾਏ ਐ। ਸੋ ਕਿਉਂਕਿ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸਭ ਕੰਟਕ ਕੰਟਕ ਜਿਮ ਕਾਏ। ਭਗਤਾਂ ਦੇ ਸਾਰੇ ਦੁੱਖਾਂ ਨੂੰ ਵਾਹਿਗੁਰੂ ਨੇ ਤਿਵੇਂ ਨਾਸ ਕੀਤਾ, ਜਿਵੇਂ ਜੁੱਤੀ ਦੇ ਨਾਲ ਕੰਡੇ ਜਿਹੜੇ ਨਾਸ ਕਰਦੇ, ਤੋੜਦੇ ਭੰਨਦੇ ਜਾਈਦਾ। ਜੁੱਤੀ ਹੋਵੇ ਤਗੜੀ ਕਾਇਮ, ਤੇ ਉਹ ਜਿਵੇਂ ਜੁੱਤੀ ਨਾਲ ਕੰਡੇ ਚੂਰ ਚੂਰ ਕਰ ਦਈਦੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਕਿਰਪਾ ਸ਼ਕਤੀ ਦੇ ਨਾਲ ਹੀ ਸਾਰੇ ਜਿਹੜੇ ਕੰਟਕ ਦੁੱਖ ਭਗਤਾਂ ਦੇ ਨਾਸ ਕਰ ਦਿੱਤੇ ਹਨ। ਦਾਸ ਜਾਨ ਮੁਰ ਕਰੀ ਸਹਾਏ। ਮਹਾਰਾਜ ਕਹਿੰਦੇ ਸਾਨੂੰ ਵੀ ਆਪਣਾ ਦਾਸ ਜਾਣ ਕਰਕੇ ਵਾਹਿਗੁਰੂ ਨੇ ਸਾਡੀ ਸਹਾਇਤਾ ਕੀਤੀ। ਮੀਆਂ ਖਾਨ, ਅਲਫ ਖਾਨ ਚੜ੍ਹ ਕੇ ਆਏ, ਉਹ ਨਾ ਰਹੇ, ਉਹ ਨਹੀਂ ਕੁਝ ਕਰ ਸਕੇ ਸਾਨੂੰ। ਦਿਲਾਵਰ ਖਾਂ ਚੜ੍ਹ ਕੇ ਆਇਆ। ਇਸੇ ਤਰ੍ਹਾਂ ਕਈ ਭੀਮ ਚੰਦ ਵਰਗੇ ਪਹਿਲਾਂ ਲੜੇ ਝਗੜੇ, ਉਹ ਚੜ੍ਹ ਕੇ ਆਏ। ਭੰਗਾਣੀ ਦੇ ਯੁੱਧ ਵਿੱਚ ਘਮਸਾਨ ਦਾ ਯੁੱਧ ਮੱਚਿਆ, ਹੁਸੈਨੀ ਖਾਂ ਨਹੀਂ ਚੜ੍ਹ ਕੇ ਆਏ, ਉਹ ਵੀ ਪਿੱਛੇ ਪਿੱਛੇ ਹੀ ਰਹਿ ਗਏ। ਇਵੇਂ ਰੁਸਤਮ ਖਾਂ ਵਰਗੇ ਪਿੱਛੇ ਪਿੱਛੇ ਰਹਿ ਗਏ। ਦਾਸ ਜਨ ਕਰ ਦਾਸ ਪਰ, ਕੀਜੈ ਕਿਰਪਾ ਪਾਰ। ਆਪ ਹੱਥ ਦੇ ਰਾਖ ਮੋਹਿ ਮਨ, ਕਰਮ ਬਚਨ ਵਿਚਾਰ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨੇ ਸਾਡੀ ਸਹਾਇਤਾ ਕੀਤੀ, ਦਾਸ ਸੇਵਕ ਜਾਣ ਕੇ। ਆਪ ਹੱਥ ਦਾ ਲਿਓ ਬਚਾਏ। ਆਪਣਾ ਹੱਥ ਦੇ ਕੇ ਸਾਨੂੰ ਬਚਾ ਲਿਆ, ਰੱਖ ਲਿਆ। ਗੁਰੂ ਮਹਾਰਾਜ ਇਹ ਅਸੀਂ ਭਾਵਨਾ ਨਾਲ ਕਹਿ ਰਹੇ, ਪ੍ਰੇਮ ਦਿਖਾ ਰਹੇ ਹੈ। ਅਬ ਜੋ ਜੋ ਮੈਂ ਲਖੇ ਤਮਾਸਾ। ਮਹਾਰਾਜ ਕਹਿੰਦੇ ਹੁਣ ਜੋ ਅਸਾਂ ਨੇ ਜੋ ਵੀ ਤਮਾਸ਼ਾ ਕਹੀਏ, ਕੌਤਕ ਦੇਖੇ ਹੈ। ਚਾਹਤ ਤਿਨ ਕੋ ਕੀਓ ਪ੍ਰਕਾਸ਼ਾ। ਉਹ ਸਾਧ ਸੰਗਤ ਜੀ ਅਸੀਂ ਖਾਲਸਾ ਜੀ ਇਹਨਾਂ ਨੂੰ ਪ੍ਰਕਾਸ਼ਾ ਕਹੀਏ, ਪ੍ਰਗਟ ਪ੍ਰਕਾਸ਼ ਕਰਨਾ ਚਾਹੁੰਦੇ ਹਾਂ। ਜੋ ਪ੍ਰਭ ਕਿਰਪਾ ਕਟਾਸ਼ ਦਿਖਾ ਹੈ। ਤੇ ਨਾਲ ਕਹਿੰਦੇ ਆ, ਹੇ ਵਾਹਿਗੁਰੂ, ਜੋ ਪ੍ਰਭੂ ਜੋ ਤੂੰ ਆਪਣੀ ਕਿਰਪਾ ਕਰਕੇ, ਕਿਰਪਾ ਦੇ ਕਟਾਸ਼ ਨਾਲ ਜੋ ਸਾਨੂੰ ਦਿਖਾਏਗਾ, ਮਿਹਰ ਦੀ ਦ੍ਰਿਸ਼ਟੀ ਨਾਲ। ਸੋ ਤਵ ਦਸ ਉਚਾਰਤ। ਸੋ ਤਵ ਦਾਸ। ਸੋ ਤਵ ਦਾਸ ਉਚਾਰਤ ਜਾਹੈ। ਉਹ ਮਹਾਰਾਜ ਜਾ ਹੈ। ਸੋ ਤੁਹਾਡਾ ਦਾਸ ਗੁਰੂ ਗੋਬਿੰਦ ਸਿੰਘ ਉਚਾਰਦਾ ਜਾਵੇਗਾ, ਦੱਸਦਾ ਜਾਏਗਾ, ਵਰਣਨ ਕਰਦਾ ਜਾਵੇਗਾ। ਜਿਹ ਜਿਹ ਬਿਦ ਮੈਂ ਲਖੇ ਤਮਾਸਾ। ਜੇ ਤਰ੍ਹਾਂ ਵੀ ਅਸਾਂ ਨੇ ਤਮਾਸ਼ਾ ਕਹੀਏ, ਕੌਤਕ ਲਖੇ ਜਾਣੇ, ਦੇਖੇ ਧੱਕੇ ਹਨ। ਚਾਹਤ ਤਿਨ ਕੋ ਕੀਓ ਪ੍ਰਕਾਸ਼ਾ। ਉਹਨਾਂ ਦਾ ਮਾਰਗ ਕਹਿੰਦੇ ਪ੍ਰਗਟ ਕਰਨਾ ਚਾਹੁੰਦੇ ਹਾਂ। ਜੋ ਜੋ ਜਨਮ ਪੂਰ ਬਲੇ ਹੇਰੇ। ਆਪਣੇ ਬਜ਼ੁਰਗਾਂ ਦੇ ਜਿਹੜੇ ਅਸਾਂ ਨੇ ਜਨਮ ਪਹਿਲੇ ਦੇਖੇ ਆ, ਭਾਵ ਸੋਢ ਬੰਸ ਤੇ, ਭੱਲਿਆਂ ਦੀ ਬੰਸ ਦੇ, ਬੇਦੀਆਂ ਦੀ ਬੰਸ ਤੇ, ਤ੍ਰਿਹਣਾਂ ਦੀ ਬੰਸ ਦੇ, ਇਹ ਜੋ ਵੀ ਅਸਾਂ ਨੇ ਪਹਿਲੇ ਬਜ਼ੁਰਗਾਂ ਦੇ ਜਨਮ ਦੇਖੇ ਹੈ। ਕਹੋ ਸੋ ਪ੍ਰਭੂ ਪਰਾਕਰਮ ਤੇਰੇ। ਇਹ ਪ੍ਰਭੂ ਵਾਹਿਗੁਰੂ ਪਰਮੇਸ਼ਰੋ ਪਰਾਕਰਮ ਤੇਰੇ ਬਲ ਦੇ ਨਾਲ ਹੀ ਅਸੀਂ ਕਹਾਂਗੇ। ਸਰਬ ਕਾਲ ਹੈ ਪਿਤਾ ਅਪਾਰਾ। ਜੋ ਸਭ ਦਾ ਹੀ ਕਾਲ ਕਰਨ ਵਾਲਾ ਹੈ, ਅਪਾਰ ਬੇਅੰਤ ਵਾਹਿਗੁਰੂ। ਮਹਾਰਾਜ ਕਹਿੰਦੇ ਸਾਰਿਆਂ ਸਮਿਆਂ ਵਿੱਚ ਹੀ ਜੋ ਰਹਿਣ ਵਾਲਾ ਬੇਅੰਤ ਵਾਹਿਗੁਰੂ, ਭੂਤ ਭਵਿੱਖ ਵਰਤਮਾਨ, ਜੋ ਚੌਹਾਂ ਯੁੱਗਾਂ ਵਿੱਚ ਵਰਤਣ ਵਾਲਾ ਹੈ ਤੇ ਅਪਾਰਾ ਕਹੀਏ ਬੇਅੰਤ ਹੈ, ਉਹ ਸਾਡਾ ਪਿਤਾ ਹੈ, ਭਾਵ ਵਾਹਿਗੁਰੂ ਪਿਤਾ ਹੈ। ਦੇਵ ਕਾਲ ਕਾ ਮਾਤ ਹਮਾਰਾ। ਜੇ ਜਿਹੜਾ ਕਾਲ ਸਭ ਦਾ ਕਾਲ ਕਰਨ ਵਾਲਾ ਅਕਾਲ ਪੁਰਖ, ਜਿਹਦੀ ਮਹਾਂ ਸ਼ਕਤੀ ਹੈ, ਦੇਵੀ ਰੂਪ ਮਾਇਆ, ਤੇ ਜਾਂ ਕਾਲਕਾ ਕਈ ਸਭ ਦਾ ਕਾਲ ਕਰਨ ਵਾਲਾ ਵਾਹਿਗੁਰੂ, ਉਹਦੀ ਦੇਵ ਕਹੀਏ ਸ਼ਕਤੀ ਜਿਹੜੀ ਚੇਤਨ ਸੱਤਾ ਪ੍ਰਕਾਸ਼ ਹੈ, ਉਹ
ਸੱਤਾ ਹੀ ਸਾਡੀ ਮਾਤਾ ਹੈ। ਮਨਵਾ ਗੁਰ ਮੁਰ ਮਨਸਾ ਮਾਈ। ਜਿਹੜਾ ਸ਼ੁੱਧ ਮਨ ਹੈ ਉਹ ਸਾਡਾ ਗੁਰੂ ਹੈ, ਜਿਹੜੀ ਸ਼ੁੱਧ ਬੁੱਧੀ ਉਹ ਸਾਡੀ ਮਾਈ ਮਾਤਾ ਹੈ। ਜਿਨ ਮੋਹ ਕੋ ਸ਼ੁਭ ਕਿਰਿਆ ਪੜਾਈ। ਜਿਸ ਸ਼ੁੱਧ ਬੁੱਧੀ ਨੇ ਸਾਨੂੰ ਚੰਗੇ ਸ਼ੁਭ ਕਰਨੀ ਦੀ ਸਿੱਖਿਆ ਕਿਰਿਆ ਪੜ੍ਹਾਈ ਹੈ। ਜਬ ਮਨਸਾ ਮਨ ਮਾਇਆ ਵਿਚਾਰੀ। ਜਦੋਂ ਪਵਿੱਤਰ ਤੇ ਉਜਲ ਬੁੱਧੀ ਦੀ ਸਤਿਗੁਰੂ ਕਹਿੰਦੇ ਇਹ ਮੇਰੇ ਮਨ ਉੱਪਰ ਮਾਇਆ ਕਹੀਏ ਮੇਰ ਵਿਚਾਰੀ ਹੋਈ। ਗੁਰ ਮਨੁਆ ਕਹਿਓ ਸੁਧਾਰੀ। ਤਦ ਸਾਡੇ ਸ਼ੁੱਧ ਗੁਰੂ ਮਨ ਨੇ ਕਹਿਣ ਤੇ ਮੈਂ ਜਿਹੜਾ ਹੈ ਬਣਾ ਸਵਾਰ ਕੇ ਸੁਧਾਰੀ ਕੇ ਬਣਾ ਸਵਾਰ ਕੇ ਸਾਰੀ ਕਥਾ ਕਹਾਂਗਾ। ਜੇ ਜੇ ਚਰਿਤ ਪੁਰਾਤਨ ਲਹੇ। ਜਿਹੜੇ ਜਿਹੜੇ ਵੀ ਕੌਤਕ ਪੁਰਾਤਨ ਅਸਾਂ ਲਹੇ ਜਾਣੇ ਤੱਕੇ ਦੇਖੇ ਐ। ਤੇ ਅਬ ਚਹੀਅਤ ਹੈ ਕਹੇ। ਜੇ ਜੇ ਚਰਿਤ ਜਿਹੜੇ ਜਿਹੜੇ ਜੁਗਾਂ ਜੁਗਾਂ ਵਿੱਚ ਅਵਤਾਰ ਹੋਏ ਨਾ ਪੂਰਬਲੇ ਪਹਿਲੇ ਮਹਾਰਾਜ ਕਹਿੰਦੇ ਉਹਨਾਂ ਦੇ ਜਿਹੜੇ ਪੁਰਾਤਨ ਚਰਿਤ ਕੌਤਕ ਲਹੇ ਦੇਖੇ ਜਾਣੇ ਹੈ ਤੇ ਅਬ ਚਹੀਅਤ ਹੈ ਕਹੇ। ਉਹ ਕਹਿੰਦੇ ਸਾਧ ਸੰਗਤ ਜੀ ਹੁਣ ਅਸੀਂ ਸਾਰੇ ਇੱਥੇ ਦਸਮ ਗ੍ਰੰਥ ਦੀ ਬਾਣੀ ਵਿੱਚ ਕਹਿਣਾ ਚਾਹੁੰਦੇ ਹਾਂ। ਸਰਬ ਕਾਲ ਕਰਨਾ ਤਬ ਭਰੇ। ਸਰਬ ਸਮਿਆਂ ਵਿੱਚ ਕਾਇਮ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ ਜਦ ਐਸੀ ਬੇਨਤੀ ਕੀਤੀ ਤਦੋਂ ਕਰਨਾ ਮਿਹਰ ਦੇ ਵਿੱਚ ਭਰੇ। ਸੇਵਕ ਜਾਨ ਦਇਆ ਰਸ ਧਰੇ। ਤੇ ਆਪਣਾ ਸੇਵਕ ਜਾਣ ਕੇ ਦਇਆ ਦੇ ਰਸ ਵਿੱਚ ਢਲ ਗਏ, ਦਇਆ ਦੇ ਰਸ ਵਿੱਚ ਆ ਗਏ। ਇਸ ਤਰ੍ਹਾਂ ਵੀ ਜਾਂ ਸਰਬ ਕਾਲ ਕਰਨਾ ਤਾਂ ਭਰੇ। ਸਾਰਿਆਂ ਸਮਿਆਂ ਵਿੱਚ ਕਾਇਮ ਰਹਿਣ ਵਾਲਾ ਵਾਹਿਗੁਰੂ ਜਿਹੜਾ ਹੈ ਅਕਾਲ ਪੁਰਖ ਜਦੋਂ ਕਹਿੰਦੇ ਸਾਡੇ 'ਤੇ ਦਇਆ ਕਰੇਗਾ ਆਪਣਾ ਸੇਵਕ ਜਾਣ ਕੇ ਦਇਆ ਦੇ ਰਸ ਵਿੱਚ ਢਲ ਜਾਏਗਾ। ਜੋ ਜੋ ਜਨਮ ਪੂਰ ਬਲੋ ਭਇਓ। ਪਿਛਲੇ ਯੁੱਗਾਂ ਵਿੱਚ ਜਿਹੜਾ ਜਿਹੜਾ ਵੀ ਅਵਤਾਰਾਂ ਦਾ ਪਹਿਲਾ ਜਨਮ ਪਹਿਲੇ ਯੁੱਗਾਂ ਵਿੱਚ ਜੋ ਜਨਮ ਹੋਏ ਅਵਤਾਰਾਂ ਦੇ ਸੋ ਸਭ ਸਿਮਰਨ ਕਰ ਦਿਓ। ਉਹ ਸਾਰੇ ਦੇ ਸਾਰੇ ਪ੍ਰਭੂ ਨੇ ਸਾਨੂੰ ਮਹਾਰਾਜ ਕਹਿੰਦੇ ਸਿਮਰਨ ਕਈ ਯਾਦ ਕਰਾ ਦਿੱਤੇ ਹੈ। ਜਦੋਂ ਆਪਣਾ ਦਾਸ ਜਾਣ ਕੇ ਦਇਆ ਮਿਹਰ ਦੇ ਰਸ ਵਿੱਚ ਢਲੇ ਤੇ ਕੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਜਿਹੜੇ ਪਿਛਲੇ ਯੁੱਗਾਂ ਦੇ ਵਿੱਚ ਅਵਤਾਰਾਂ ਦੇ ਜਨਮ ਪਹਿਲੇ ਹੋਏ ਹੈ ਨਾ ਤੇ ਉਹ ਸਾਰੇ ਸਾਨੂੰ ਵਾਹਿਗੁਰੂ ਨੇ ਸਿਮਰਨ ਕਈਏ ਯਾਦ ਕਰਾ ਦਿੱਤੇ। ਮੋਤੋ ਇਤੀ ਹੋਤੀ ਕਹ ਸੁਧੰ। ਨਿਮਰਤਾ ਨਾਲ ਹੀ ਕਹਿ ਰਹੇ ਵੀ ਸਾਨੂੰ ਭਾਗ ਸਾਨੂੰ ਇੰਨੀ ਕਹਿੰਦੇ ਕਿੱਥੇ ਸੁੱਧ ਬੁੱਧ ਖਬਰ ਹੈ ਸੀ ਪਿਛਲੀ। ਜਸ ਪ੍ਰਭ ਦਈ ਕਿਰਪਾ ਕਰ ਬੁੱਧੰ। ਕਿ ਜਿੰਨੀ ਕੁ ਪ੍ਰਭੂ ਨੇ ਆਪ ਕਿਰਪਾ ਕਰਕੇ ਸਾਨੂੰ ਬੁੱਧ ਬਖਸ਼ੀ ਹੈ, ਮਿਹਰ ਕਰਕੇ ਦਇਆ ਕਰਕੇ ਬੁੱਧੀ ਉਜਲ ਬਖਸ਼ੀ ਹੈ। ਸਰਬ ਕਾਲ ਤਬ ਭਏ ਦਿਆਲਾ। ਜੋ ਸਾਰੇ ਸਮਿਆਂ ਵਿੱਚ ਹੀ ਵਾਹਿਗੁਰੂ ਵਰਤਣ ਵਾਲਾ ਤਦੋਂ ਜਦੋਂ ਉਹ ਦਿਆਲ ਹੋਏ। ਲੋਹ ਰਾਛ ਹਮ ਕੋ ਸਭ ਕਾਲਾ। ਜਿਹੜਾ ਸਰਬ ਲੋਹ ਅਵਤਾਰ ਧਾਰਨ ਵਾਲਾ ਵਾਹਿਗੁਰੂ ਹੈ ਸਾਰੇ ਸਮਿਆਂ ਵਿੱਚ ਵਰਤਣ ਵਾਲਾ ਹੈ ਉਹਦੀ ਸਾਡੇ ਉੱਪਰ ਸਦਾ ਹੀ ਰੱਖਿਆ ਹੈ, ਸਦਾ ਹੀ ਰੱਖਿਆ ਕੀਤੀ ਉਸਨੇ। ਸਰਬ ਕਾਲ ਰੱਛਾ ਸਭ ਕਾਲਾ। ਸਾਰਿਆਂ ਸਮਿਆਂ ਵਿੱਚ ਉਹ ਸਾਰਿਆਂ ਦਾ ਕਾਲ ਕਰਨ ਵਾਲਾ ਸਦਾ ਹੀ ਸਾਡੀ ਰੱਖਿਆ ਕਰਦਾ ਹੈ। ਲੋਹ ਰਾਛ ਸਰਬ ਦਾ ਵਿਸਾਲਾ। ਤੇ ਉਹ ਲੋਹ ਕਹੀਏ ਪ੍ਰਕਾਸ਼ ਰੂਪ ਸਰਬ ਲੋਹ ਅਵਤਾਰ ਧਾਰਨ ਵਾਲਾ ਬਹੁਤ ਮਹਾਨ ਸਾਰਿਆਂ ਸਮੇਂ ਰੱਛਿਆ ਕਰਦਾ ਸਾਡੀ। ਜਿਵੇਂ ਅਕਾਲ ਉਸਤਤ ਵਿੱਚ ਲਿਖਿਆ ਹੈ ਸਰਬ ਲੋਹ ਦੀ ਰੱਛਿਆ ਹਮਨੇ ਸਰਬ ਕਾਲ ਜੀ ਦੀ ਰੱਛਿਆ ਹਮਨੇ ਸਰਬ ਲੋਹ ਜੀ ਦੀ ਰੱਛਿਆ ਹਮਨੇ ਸਰਬ ਕਾਲ ਜੀ ਦੀ ਸਦਾ ਰੱਛਿਆ ਹਮਨੇ। ਢੀਠ ਭਇਓ ਤਵ ਕਿਰਪਾ ਲਖਾਈ। ਇਹ ਵਾਹਿਗੁਰੂ ਜਦੋਂ ਤੇਰੀ ਕਿਰਪਾ ਜਾਣੀ ਦੇਖੀ ਹੈ ਤਦੋਂ ਤੋਂ ਹੀ ਮੈਂ ਢੀਠ ਭਇਓ ਨਿਡਰ ਬੇਖੌਫ ਹੋ ਗਿਆ ਹਾਂ। ਐਂਡੋ ਫਿਰੋ ਸਭਨ ਭਇਓ ਰਾਈ। ਹੁਣ ਤੇ ਸਭ ਦਾ ਰਾਜਾ ਬਣ ਕੇ ਨਿਸੰਗ ਹੋ ਕੇ ਐਂਡੋ ਕਹੀਏ ਅਸੀਂ ਐ ਆਕੜ ਨਾਲ ਕਿਸੇ ਦੀ ਆਣਕਨੋੜ ਨਹੀਂ ਮੰਨਦੇ ਆ। ਐਂਡੋ ਕਹੀਏ ਨਿਡਰ ਨਿਸੰਗ ਹੋ ਕੇ ਵਿਚਰਦੇ ਫਿਰਦੇ ਸੰਸਾਰ ਉੱਪਰ। ਜਿਹ ਜਿਹ ਭੇਦ ਜਨ ਮਨ ਸੁਧ ਆਈ। ਜਿਸ ਤਰ੍ਹਾਂ ਵੀ ਸਾਨੂੰ ਜਿਹੜੇ ਪੂਰਬਲੇ ਅਵਤਾਰਾਂ ਦੀ ਪਹਿਲੇ ਜਿਹੜੇ ਯੁੱਗਾਂ ਵਿੱਚ ਅਵਤਾਰ ਹੋਏ ਆ
ਉਹਨਾਂ ਦੇ ਅਵਤਾਰਾਂ ਦੇ ਜਨਮ ਹੋਣ ਦੀ ਖਬਰ ਸੁਧ ਆਈ ਹੈ। ਤਿਮ ਤਿਮ ਕਹੇ ਗ੍ਰੰਥ ਬਣਾਈ। ਤਿਵੇਂ ਤਿਵੇਂ ਅਸੀਂ ਕਹਿੰਦੇ ਗ੍ਰੰਥ ਬਣਾ ਸਵਾਰ ਕੇ ਇਹਦੇ ਵਿੱਚ ਕਹਾਂਗੇ, ਵਰਣਨ ਕਰਾਂਗੇ। ਪ੍ਰਥਮੇ ਸਤਜੁਗ ਜਿਹ ਬਿਦ ਲਹਾ। ਪਹਿਲਾਂ ਸਤਜੁਗ ਦੇ ਵਿੱਚ ਜਿਸ ਤਰ੍ਹਾਂ ਅਸਾਂ ਨੇ ਲਹਾ ਕਹੀਏ ਜਾਣਿਆ ਹੈ। ਪ੍ਰਥਮੇ ਦੇਵ ਚਰਤ ਕੋ ਕਹਾ। ਤੇ ਪਹਿਲਾਂ ਸਭ ਤੋਂ ਜੋ ਦੇਵੀ ਹੈ, ਵਾਹਿਗੁਰੂ ਦੀ ਇੱਕ ਸ਼ਕਤੀ, ਉਹ ਦੇਵੀ ਦਾ ਚਰਿਤ ਕੌਤਕ ਜਿਹੜਾ ਅਸੀਂ ਦੇਵੀ ਦਾ ਚਰਿੱਤਰ ਕਹਾਂਗੇ। ਪਹਿਲੇ ਚੰਡੀ ਚਰਿੱਤਰ ਬਣਾਇਓ। ਪਹਿਲਾਂ ਵੀ ਹੈ ਅਕਾਲ ਪੁਰਖ ਜੋ ਚੰਡੀ ਚਰਿੱਤਰ ਹੈ, ਮਾਰਕੰਡੇ ਪੁਰਾਣ ਵਿੱਚ ਮਾਰਕੰਡੇ ਰਿਸ਼ੀ ਨੇ 700 ਸ਼ਲੋਕਾਂ ਦੇ ਨਾਲ ਉਹ ਪੁਰਾਣ ਬਣਾਇਆ ਹੋਇਆ ਹੈ, ਬੜਾ ਵਿਸਥਾਰ ਨਾਲ। ਨਖ ਸਿੱਖ ਤੇ ਕਰਮ ਭਾਖ ਸੁਨਾਇਓ। ਪਰ ਮਹਾਰਾਜ ਕਹਿੰਦੇ ਉਸ ਕਥਾ ਨੂੰ ਅਸੀਂ ਆਦਿ ਤੋਂ ਅੰਤ ਲੈ ਕੇ, ਨਖ ਕਹੀਏ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਭਾਵ ਆਦਿ ਤੋਂ ਲੈ ਕੇ ਅੰਤ ਤੱਕ ਕ੍ਰਮ ਇਹ ਲੜੀਵਾਰ ਰੂਪ ਵਿੱਚ ਜਿਹੜਾ ਹੈ ਕ੍ਰਮ ਕਹੀਏ, ਇੱਕ ਸਾਰ ਇੱਕ ਰਸ ਕਹਿ ਕੇ ਸੁਣਾਵਾਂਗੇ। ਭਾਵ 700 ਦਾ 700 ਸ਼ਲੋਕ ਹੀ ਮਾਰਕੰਡੇ ਪੁਰਾਣ ਦਾ ਉਹਦਾ ਲੱਥਾ ਕਰਕੇ ਸੁਣਾਵਾਂਗੇ। ਸ਼ੋਰ ਕਥਾ ਤਬ ਪ੍ਰਥਮ ਸੁਨਾਈ। ਜਿਹੜੀ ਪਹਿਲਾਂ ਕਥਾ ਸੁਣਾਈ ਹੈ ਉਹ ਥੋੜੀ ਜਿਹੀ ਸ਼ੋਰ ਕਹੀਏ ਸੰਖੇਪ ਦੇ ਵਿੱਚ ਅਸਾਂ ਨੇ ਸੁਣਾਈ ਹੈ। ਅਬ ਚਾਹਤ ਫਿਰ ਕਰੋ ਵਡਾਈ। ਹੁਣ ਫਿਰ ਅਸੀਂ ਉਹ ਚੰਡੀ ਚਰਿੱਤਰ ਦੀ ਜਿਹੜੀ ਹੈ ਕਥਾ ਵਧਾ ਕੇ, ਵਡਾਈ ਕਈ ਵਧਾ ਕੇ ਤੇ ਵਡਿਆ ਕੇ ਹੁਣ ਅਸੀਂ ਫਿਰ ਕਹਿਣਾ ਚਾਹੁੰਦੇ ਹਾਂ। ਫਿਰ ਅਸੀਂ ਵਧਾ ਕੇ ਉਹ ਕਥਾ ਨੂੰ ਕਥਨ ਕਰਨਾ ਚਾਹੁੰਦੇ ਹਾਂ, ਕਿਉਂਕਿ ਉਹ ਜਿਵੇਂ ਮਾਰਕੰਡੇ ਪੁਰਾਣ ਵਿੱਚ 700 ਸ਼ਲੋਕ ਮਾਰਕੰਡੇ ਰਿਸ਼ੀ ਜੀ ਨੇ ਲਿਖਿਆ ਹੈ, ਉਹਦਾ ਹੀ ਲੱਥਾ ਸਤਿਗੁਰੂ ਮਹਾਰਾਜ ਜੀ ਨੇ ਅਗਲੇ ਜਿਹੜਾ ਹੈ ਚੰਡੀ ਚਰਿੱਤਰ ਬਾਣੀ ਦੇ ਵਿੱਚ ਕੀਤਾ ਹੈ। ਚੰਡੀ ਚਰਿੱਤਰ ਉਕਤ ਬਿਲਾਸ ਅਤੇ ਜੋ ਭਾਗਵਤ ਪੁਰਾਣ ਦਾ ਲੱਥਾ ਉਹ ਦੂਸਰੇ ਅਧਿਆਏ ਵਿੱਚ ਫਿਰ ਚੰਡੀ ਦੀ ਵਾਰ ਲਿਖੀ ਹੈ, ਉਹ ਦੋਵਾਂ ਰਲਵਾ ਮਿਲਵਾਈ, ਭਾਗਵਤ ਪੁਰਾਣ ਦਾ ਅਤੇ ਮਾਰਕੰਡੇ ਪੁਰਾਣ ਦਾ ਰਲਵਾ ਮਿਲਵਾਈ ਪ੍ਰਸੰਗ ਉਹ ਫਿਰ ਜਿਹੜਾ ਹੈ ਪੌੜੀਆਂ ਦੇ ਵਿੱਚ ਆਦਿ ਸਵਈਆਂ ਦੇ ਕੀਤਾ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਹੁਣ ਅਸੀਂ ਉਹ ਲਿਖਾਂਗੇ। ਅਗਲੇ ਪਾਸੇ ਫਿਰ ਉਹ ਚੰਡੀ ਚਰਿੱਤਰ ਦਾ ਜਿਹੜੀ ਹੈ ਬਾਣੀ ਆ ਜਾਂਦੀ ਹੈ ਦਸਮ ਗ੍ਰੰਥ ਸਾਹਿਬ ਵਿੱਚ। ਇੱਥੇ ਜਿਹੜੀ ਬਚਿੱਤਰ ਨਾਟਕ ਦੀ ਕਥਾ ਅੱਜ ਸਮਾਪਤ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਕਥਾ ਨੂੰ ਬੜੇ ਵਿਸਥਾਰ ਨਾਲ ਆਪਣੇ ਕਰ ਕਮਲਾਂ ਨਾਲ ਮੁਖਾਰ ਬਿੰਦ ਤੋਂ ਉਚਾਰ ਕੇ ਲਿਖਿਆ, ਉਹ ਕਥਾ ਆਪਾਂ ਸਰਵਣ ਕੀਤੀ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਕੁਝ ਦਿਨਾਂ ਤੋਂ ਚੱਲ ਰਹੀ ਸੀ, ਅੱਜ ਇੱਥੇ ਬਚਿੱਤਰ ਨਾਟਕ ਬਾਣੀ ਦੀ ਜਿਹੜੀ ਕਥਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਪੂਰਨ ਹੋਈ ਹੈ ਜੀ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸਰਬ ਕਾਲ ਜੀ ਕੀ ਬੇਨਤੀ ਵਰਨਨੰ। ਨਾਮ 14ਵਾਂ ਧਿਆਏ ਸਮਾਪਤ ਮਸਤ ਸਭ ਮਸਤ ਅਫਜੂ। ਇਤ ਕਹੀਏ ਇੱਥੇ ਸ੍ਰੀ ਬਚਿੱਤਰ ਨਾਟਕ ਗ੍ਰੰਥ ਸ਼੍ਰੋਮਣੀ ਬਚਿੱਤਰ ਨਾਟਕ ਗ੍ਰੰਥ, ਜਿਹਦੇ ਵਿੱਚ ਜੋ ਅਦਭੁਤ ਬਚਿੱਤਰ ਕਈ ਅਦਭੁਤ ਹੀ ਨਾਟਕ ਹੈ, ਅਦਭੁਤ ਨਾਟਕ ਵਾਲਾ ਗ੍ਰੰਥ, ਅਨੋਖੇ ਨਾਟਕ ਵਾਲਾ ਗ੍ਰੰਥ, ਅਚਰਜ ਨਾਟਕ ਵਾਲਾ ਗ੍ਰੰਥ, ਜਾਂ ਬਚਿੱਤਰ ਕਹੀਏ ਸੁੰਦਰ ਨਾਟਕ ਵਾਲਾ ਗ੍ਰੰਥ, ਜਾਂ ਬਚਿੱਤਰ ਕਹੀਏ ਕਿ ਤਰ੍ਹਾਂ ਤਰ੍ਹਾਂ ਦੇ ਨਾਟਕਾਂ ਵਾਲਾ ਗ੍ਰੰਥ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅਸਾਂ ਨੇ ਨਾਟਕ ਤਮਾਸ਼ੇ ਕੌਤਕ ਕਥਨ ਕੀਤੇ ਉਹ ਗ੍ਰੰਥ, ਅਤੇ ਜਿਸ ਵਿੱਚ ਇਹ 14ਵੇਂ ਅਧਿਆਏ ਵਿੱਚ ਇਹ ਆਇਆ ਹੈ ਸਰਬ ਕਾਲ ਕੀ ਬੇਨਤੀ। ਜੋ ਸਾਰਿਆਂ ਦਾ ਕਾਲ ਕਰਨ ਵਾਲਾ ਮਹਾਂਕਾਲ ਵਾਹਿਗੁਰੂ ਹੈ ਅਤੇ ਸਰਬ ਕਲਾ ਸੰਪੰਨ ਹੈ, ਅਤੇ ਉਸ ਵਾਹਿਗੁਰੂ ਅੱਗੇ ਜਿਹੜੀ ਬੇਨਤੀ ਕੀਤੀ ਹੈ ਵੀ ਉਹ ਸਭ ਦਾ ਹੀ ਉਹ ਸੱਚੇ ਪਾਤਸ਼ਾਹ ਹੱਥ ਦੇ ਕੇ ਇੱਜ਼ਤ ਪੱਤ ਰੱਖਦਾ, ਅਬਰੂ ਰੱਖਦਾ ਹੈ। ਉਸ ਸਰਬ ਕਾਲ ਵਾਹਿਗੁਰੂ ਦੀ ਜਿਹੜੇ ਅੱਗੇ ਬੇਨਤੀ ਕਰਨ ਦਾ ਇਸ ਅਧਿਆਏ ਵਿੱਚ ਵਰਣਨ ਕੀਤਾ ਹੈ। ਗੁਰੂ ਸਾਹਿਬ ਜੀ ਨੇ ਇਸ ਵਿੱਚ ਇਹੀ ਸਾਨੂੰ ਦੱਸਿਆ ਹੈ ਕਿ ਭਾਈ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ।
ਜੋ ਗੁਰੂ ਤੋਂ ਬੇਮੁਖ ਹੋ, ਪਰਮੇਸ਼ਰ ਤੋਂ ਬੇਮੁਖ ਹਾਂ, ਕਿਉਂਕਿ ਗੁਰੂ ਹੀ ਇੱਕ ਉਧਾਰ ਹਨ ਸਾਡਾ, ਜਿਹੜੇ ਪਰਮੇਸ਼ਰ ਨਾਲ ਸਾਨੂੰ ਮਿਲਾ ਸਕਦੇ ਹੈ। ਅਤੇ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਅਤੇ ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜੈ। ਕੁਦਰਤੀ ਗੱਲ ਵੀ ਆ 3-4 ਦਿਨ ਤੋਂ ਹੀ ਜਿਹੜੀ ਹੈ ਤੁਕ ਮੁੱਖ ਉੱਪਰ ਆ ਰਹੀ ਹੈ। ਸਵੇਰੇ ਸ਼ਾਮੀ ਗੁਰੂ ਦਾ ਵੱਲ ਹੋਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਹੈ, ਸਤਿਗੁਰ ਬਾਝੋਂ ਗੁਰੂ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਸਤਿਗੁਰੂ ਤੋਂ ਬਿਨਾਂ ਕੋਈ ਗੁਰੂ ਹੈ ਨਹੀਂ, ਅਤੇ ਗੁਰੂ ਤੋਂ ਬਿਨਾਂ ਜਿਹੜਾ ਮਨੁੱਖ ਉਹ ਤਾਂ ਹੈ ਬੁਰਾ ਹੀ, ਨਗੁਰੇ ਦਾ ਤਾਂ ਨਾਂ ਲੈਣਾ ਹੀ ਬੁਰਾ ਹੈ। ਵੇਖ ਲਓ ਜਿਹੜੇ ਬੇਮੁਖ ਹੋਏ ਆ ਮਸੰਦ, ਉਹਨਾਂ ਨੂੰ ਮਾਰ ਹੀ ਪਈ ਹੈ ਸੱਚੇ ਪਾਤਸ਼ਾਹ ਜੀ ਨੇ ਆਪ ਲਿਖਿਆ ਇਹ ਕਲਮ ਦੇ ਨਾਲ। ਅਤੇ ਉਹ ਬੇਮੁਖ ਹੋਏ ਅਤੇ ਕੀ ਖੱਟਿਆ? ਕੁਝ ਵੀ ਨਹੀਂ ਖੱਟਿਆ, ਆਪਣੀ ਇੱਜ਼ਤ ਪੱਤ ਵੀ ਲਵਾਈ। ਇਸ ਕਰਕੇ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਆਪਣਾ ਬਚਾਅ ਕਰਨਾ, ਇਹਦੇ ਵਿੱਚ ਬੜੀ ਮਾਰ ਪੈਂਦੀ ਹੈ। ਗੁਰੂ ਤੋਂ ਬੇਮੁਖ ਹੋ ਕੇ ਬਚਾਅ ਕਰਨ ਦੀ ਜ਼ਰੂਰਤ ਨਹੀਂ। ਇੱਕ ਤਾਂ ਹੁੰਦਾ ਨਾ ਵੀ ਕੋਲੋਂ ਕੋਈ ਗੱਲ ਗੁੱਲ ਬਣਾ ਕੇ ਕਰਨੀ। ਇੱਥੇ ਤਾਂ ਗੁਰੂ ਸਾਹਿਬ ਜੀ ਦੀ ਕਥਾ ਹੀ ਆ ਰਹੀ ਅੱਜ ਵੀ ਸੱਚੇ ਪਾਤਸ਼ਾਹ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਮੁਕਤੀ ਤਾਂ ਨਹੀਂ ਪਾਉਣੀ, ਇੱਥੇ ਵੀ ਬੜਾ ਧੋਖਾ। ਮਸੰਦ ਗੁਰੂ ਤੋਂ ਬੇਮੁਖ ਕੰਨ ਹੋਏ ਵੀ ਉਹ ਸਹਿਜਾਦਾ ਔਰੰਗਜ਼ੇਬ ਦਾ ਲੜਕਾ ਆ ਰਿਹਾ, ਪਤਾ ਨਹੀਂ ਉਹਨੇ ਕੀ ਕਰ ਦੇਣਾ, ਜਿਸ ਕਰਕੇ ਹੀ ਉਹ ਭੱਜ ਗਏ ਅਤੇ ਕੀ ਨਿਲਾਮੀ ਕਰਾਈ। ਸਿਰ ਵੀ ਬਣਵਾਏ ਗਏ ਉਹਨਾਂ ਦੇ, ਪਿਸ਼ਾਬ ਵੀ ਉਹਨਾਂ ਦੇ ਸਿਰ 'ਚ ਪਾਇਆ ਹੈਂ। ਫਿਰ ਉਹਨਾਂ ਨੂੰ ਪਿੰਡ ਦੇ ਸ਼ਹਿਰ ਦੇ ਦੁਆਲੇ ਘੁਮਾਏ। ਜਿਨ੍ਹਾਂ ਨੂੰ ਪਤਾ ਨਹੀਂ ਸੀ ਨਾ ਵੀ ਇਹ ਪਿੰਡ 'ਚ ਵੱਸਦੇ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਹ ਬੰਦੇ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਆਏ ਹੈ। ਇਸ ਕਰਕੇ ਬਚਾਅ ਕਿਹਨੇ ਕਰਨਾ? ਸੱਚੇ ਪਾਤਸ਼ਾਹ ਜੀ ਨੇ। ਗੁਰੂ ਤੋਂ ਬਿਨਾਂ ਕਿਹਨੇ ਬਚਾਅ ਕਰਨਾ? ਭਲਾ ਅਸੀਂ ਸੋਚੀਏ ਵੀ ਅਸੀਂ ਆਪਣੀ ਨੀਤੀ ਨਾਲ ਬਚ ਜਾਈਏ, ਨਹੀਂ ਬਚ ਸਕਦੇ। ਜਿਸ ਨੂੰ ਤੂੰ ਰਖਵਾਲਾ ਮਾਰੈ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾਂ ਤਿਨਾ ਭੈਣ। ਭੈਣ ਦਾ ਅਰਥ ਇੱਥੇ ਭੈਣ ਨਹੀਂ ਹੈ, ਇੱਥੇ ਭੈਣ ਦਾ ਅਰਥ ਸੰਸਾਰ। ਜਿਨ੍ਹਾਂ ਦਾ ਤੂੰ ਰਖਵਾਲਾ ਸੱਚਾ ਪਾਤਸ਼ਾਹ, ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ, ਉਹ ਸੰਸਾਰ ਦੀ ਜੰਗ ਜਿੱਤ ਜਾਂਦੇ ਹੈ। ਗੁਰੂ ਰਖਵਾਲੇ ਹੋਣੇ ਚਾਹੀਦੇ ਹੈ। ਮਹਾਰਾਜ ਵਿੱਚ ਹੋਣ ਅਤੇ ਸਭ ਤਰ੍ਹਾਂ ਨਾਲ ਕਿਰਪਾ ਵਰਤ ਜਾਂਦੀ ਹੈ। ਫਿਰ ਤਾਂ ਵਾਲ ਵੀ ਵਿੰਗਾ ਨਹੀਂ ਕਿਸੇ ਦਾ ਹੁੰਦਾ। ਅਤੇ ਜਿਹੜੇ ਕੋਈ ਆਪਣੇ ਆਪ ਨੂੰ ਵੱਡਾ ਮੰਨ ਕੇ ਕੋਈ ਸੋਚੇ ਵੀ ਮੈਂ ਸਰਕਾਰ ਹਾਂ ਜਾਂ ਮੈਂ ਤਗੜਾ ਹਾਂ, ਮਾਰ ਦੂੰਗਾ, ਅਤੇ ਮਹਾਰਾਜ ਲਿਖਦੇ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮਸਾ ਅਗਨ ਮਹਿ ਸਾੜੀ, ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਜੇ ਅਸੀਂ ਦਾਸ ਬਣਾਂਗੇ ਤਾਂ ਗੁਰੂ ਜ਼ਰੂਰ ਰੱਖਿਆ ਕਰੂਗਾ। ਜੇ ਅਸੀਂ ਦਾਸ ਨਾ ਬਣੇ ਤਾਂ ਫਿਰ ਗੁਰੂ ਨੇ ਰੱਖਿਆ ਕੋਈ ਨਹੀਂ ਕਰਨੀ। ਅਤੇ ਗਰੀਬ ਆਪਾਂ ਹੈਗੇ ਹੀ ਹਾਂ, ਅਤੇ ਦਾੜੀਆਂ ਦੂੜੀਆਂ ਫਿਰ ਖਿੰਜੀਆਂ ਜਾਣੀਆਂ। ਇਸ ਕਰਕੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵ ਹੈ ਰੋਜ਼। ਇਹ ਮਹੀਨਿਆਂ ਦੀ ਕਥਾ ਵਿੱਚ ਹੀ ਹੁੰਦਾ ਹੈ। ਮਹਾਰਾਜ ਕਹਿੰਦੇ ਵੀ ਵਿੱਚ ਨਾ ਕੋਈ ਕਰ ਸਕੈ, ਕੋਈ ਵਿਚੋਲਗੀ ਨਹੀਂ ਕਰ ਸਕਦਾ ਗੁਰੂ ਤੋਂ ਬਿਨਾਂ। ਅਤੇ ਜਦੋਂ ਗੁਰੂ ਦੀ ਵਿਚੋਲਗੀ, ਸੰਤ ਮਹਾਤਮਾ ਦੀ ਵਿਚੋਲਗੀ ਹੈ ਨਹੀਂ, ਕਿਸ ਥੈ ਰੋਵ ਹੈ ਰੋਜ਼। ਦੱਸੋ ਵੀ ਕਿੱਥੇ ਕਿੱਥੇ ਬੰਦਾ ਰੋਜ਼ ਰੋਊਗਾ ਜਾ ਕੇ, ਕਿੱਥੇ ਜਾ ਕੇ ਕਰੂਗਾ ਆਪਣੀਆਂ ਲੇਲੜੀਆਂ ਕੱਢੂ, ਮੈਂ ਬੜਾ ਦੁਖੀ ਹਾਂ, ਸਾਡਾ ਹੱਲ ਨਹੀਂ ਕੋਈ ਹੋ ਰਿਹਾ। ਕੋਈ ਹੱਲ ਨਹੀਂ ਹੋਣਾ ਪਰਮੇਸ਼ਰ ਤੋਂ ਬਿਨਾਂ। ਸੱਚੇ ਪਾਤਸ਼ਾਹੀ ਜਿੱਥੇ ਖੜ ਜਾਣ ਉੱਥੇ ਤੇ ਕੋਈ ਸਾਰੇ ਕੰਮ ਹੋ ਜਾਂਦੇ। ਸਤਿਗੁਰ ਤੁਮਰੇ ਕਾਜ ਸਵਾਰੇ, ਨਿਰਗੁਣ ਨਿਸਤਾਰੇ। ਮਹਾਰਾਜ ਕਰ ਸਕਦੇ ਲੱਖ ਕੁਸੀਆਂ ਪਾਤ ਸਹਾਈਆਂ, ਜੇ ਸਤਿਗੁਰ ਨਦਰ ਕਰੇ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਆਪ ਗੁਣ ਸਭ ਮਿਟੇ, ਦਇਆਲ ਪੁਰਖੋ ਬਖਸ਼ੰਦ। ਮਹਾਰਾਜ ਸਭ ਕੁਝ ਕਰ ਸਕਦੇ ਹੈ। ਇਸ ਕਰਕੇ ਸਰਬ ਕਾਲ ਕੀ ਬੇਨਤੀ ਵਰਣਨ। ਮਹਾਰਾਜ ਕਹਿੰਦੇ ਜੋ ਸਾਰਿਆਂ ਸਮਿਆਂ ਵਿੱਚ ਹੀ ਵਾਹਿਗੁਰੂ ਰਹਿਣ ਵਾਲਾ, ਅਤੇ ਸਰਬ ਕਾਲ ਸਾਰਿਆਂ ਦਾ ਜੋ ਕਾਲ ਕਰਦਾ ਹੈ, ਸਰਬ ਕਾਲ ਜੋ ਸਾਰਿਆਂ ਤੋਂ ਵੱਡੀ ਸ਼ਕਤੀ ਹੈ, ਸਰਬ ਕਾਲ ਜੋ ਸਾਰਿਆਂ ਨੂੰ ਕਾਲਕ ਦੀ ਸ਼ਕਤੀ ਦੇਣ ਵਾਲਾ,
ਉਹਦੇ ਅੱਗੇ ਬੇਨਤੀ ਅਸੀਂ ਵਰਣਨ ਕਰਦੇ ਹਾਂ। ਨਾਮ 14ਵਾਂ ਧਿਆਏ ਸਮਾਪਤ। ਜਿਹੜਾ 14ਵੇਂ ਨੰਬਰ ਦਾ ਅਧਿਆਏ ਹੈ, 14ਵੇਂ ਨਾਮ ਦਾ ਅਧਿਆਏ, ਉਹ ਸਮਾਪਤ ਹੋਇਆ। ਇੱਥੇ ਮਸਤ ਕਹੀਏ ਹੋਇਆ ਹੈ ਸ਼ੁਭ ਜੋ ਸ੍ਰੇਸ਼ਟ ਹੈ, ਮਸਤ ਕਹੀਏ ਸੰਪੂਰਨ ਹੈ। ਇਸ ਤਰ੍ਹਾਂ ਇੱਥੇ ਜਿਹੜੀ ਹੈ ਸਮਾਪਤੀ ਹੋਈ ਹੈ। ਅਫਜੂ ਅਤੇ ਜਿਹੜਾ ਹੈ 461 ਛੰਦ, ਜਿਹੜੇ ਚੌਪਈ ਛੰਦ ਆਦਿਕ ਮਿਲਾ ਕੇ ਭੁਜੰਗ ਪ੍ਰਿਆ ਛੰਦ ਸਾਰਿਆਂ ਦਾ ਜੋੜ 461 ਇੱਥੇ ਅਫਜੂ ਕਹੀਏ ਹੋ ਗਿਆ ਹੈ। ਇਸ ਤਰ੍ਹਾਂ ਅਫਜੂ ਦਾ ਅਰਥ ਇਹ ਵੀ ਅੱਗੇ ਹੋਰ ਚੱਲਦਾ, ਜੋ ਅੱਗੇ ਮਹਾਰਾਜ ਨੇ ਲਿਖ ਦਿੱਤਾ ਵੀ ਅਵਤਾਰਾਂ ਦੀ ਕਥਾ ਲਿਖਾਂਗੇ ਅਸੀਂ, ਚੰਡੀ ਚਰਿੱਤਰ ਦੀ ਕਥਾ ਲਿਖਾਂਗੇ, ਉਹ ਇਸ ਤਰ੍ਹਾਂ ਹੋਰ ਅੱਗੇ ਚੱਲਦਾ ਹੈ। ਭਾਵ ਅੱਗੇ ਹੋਰ ਜਿਹੜਾ ਹੈ ਦਸਮ ਗ੍ਰੰਥ ਦਾ ਪ੍ਰਸੰਗ, ਅਵਤਾਰਾਂ ਦੀ ਕਥਾ ਦਾ ਪ੍ਰਸੰਗ ਚੱਲਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਿੱਤਰ ਨਾਟਕ ਬਾਣੀ ਦੀ ਸਮਾਪਤੀ ਕੀਤੀ, ਜਿਹਨੂੰ ਆਪਾਂ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਸਾਂ। ਮਹਾਰਾਜ ਜੀ ਦੀ ਪਵਿੱਤਰ ਕਥਾ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਨਾਰ ਹਨ। ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ। ਵਿਚਾਰਾਂ ਦੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਪਹਿਲੇ ਚੰਡੀ ਚਰਿੱਤਰ ਬਨਾਇਓ, ਨਾਖ ਸਿੱਖ ਤੇ ਕਰਮ ਭਾਖ ਸੁਨਾਇਓ। ਸ਼ੋਰ ਕਥਾ ਤਬ ਪ੍ਰਥਮ ਸੁਨਾਈ, ਅਬ ਚਾਹਤ ਫਿਰ ਕਰੋ ਬੜਾਈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ, ਸਰਬ ਕਾਲ ਕੀ ਬੇਨਤੀ ਵਰਣਨੰ। ਨਾਮ 14ਵਾਂ ਧਿਆਏ ਸਮਾਪਤ, ਮਸਤ ਸਭ ਮਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।